ਮਾਰੂ ਮਹੱਲਾ ਪਹਿਲਾ। ਚਤੁਰ ਦਸ ਹਾਟ ਦੀਵੇ ਦੋਏ ਸਾਖੀ। ਸੇਵਕ ਪੰਚ ਨਾਹੀ ਬਿਖ ਚਾਖੀ। ਚਤੁਰ ਦਸ ਹਾਟ ਦੀਵੇ ਦੋਏ ਸਾਖੀ। ਸੇਵਕ ਪੰਚ ਨਾਹੀ ਬਿਖ ਚਾਖੀ। ਅੰਤਰ ਵਸਤ ਅਨੂਪ ਨਿਰਮੋਲਕ। ਗੁਰ ਮਿਲਿਆ ਹਰ ਧਨ ਪਾਇਆ। ਤਖਤ ਬਹਿ ਤਖਤ ਕੀ ਲਾਇਕ। ਪੰਚ ਸਮਾਏ ਗੁਰਮਤਿ ਪਾਇਕ। ਆਦਿ ਜੁਗਾਦੀ ਹੈ ਭੀ ਹੋਸੀ। ਸੰਸਾ ਭਰਮ ਚੁਕਾਇਆ। ਤਖਤ ਸਲਾਮ ਹੋਵੈ ਦਿਨ ਰਾਤੀ। ਇਹ ਸਾਚ ਵਡਾਈ ਗੁਰਮਤਿ ਲਿਵ ਜਾਤੀ। ਨਾਨਕ ਰਾਮ ਜਪੋ ਤਰ ਤਾਰੀ। ਹਰ ਅੰਤ ਸਖਾਈ ਪਾਇਆ। ਤਖਤ ਸਲਾਮ ਹੋਵੈ ਦਿਨ ਰਾਤੀ। ਇਹ ਸਾਚ ਵਡਾਈ ਗੁਰਮਤਿ ਲਿਵ ਜਾਤੀ। ਨਾਨਕ ਰਾਮ ਜਪੋ ਤਰ ਤਾਰੀ। ਹਰ ਅੰਤ ਸਖਾਈ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਸ਼ੋਭਤ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ। ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਪਾਠ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ ਜੀ। ਸੋ ਸਾਧ ਸੰਗਤ, ਮਹਾਰਾਜ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਸੇਵਾਵਾਂ ਭੇਟਾਵਾਂ ਹਜ਼ੂਰ ਆਪਣੇ ਦਰ ਪ੍ਰਵਾਨ ਕਰ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਆਪਣੇ ਪਵਿੱਤਰ ਚਰਨਾਂ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ ਸੁਣਨ ਤੇ ਕੰਠ ਕਰਨ ਦਾ ਵੀ ਚਾਅ ਬਖਸ਼ਿਸ਼ ਕਰਨ। ਸੋ ਉਪਰੰਤ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਦੀ ਕਥਾ ਵਿਚਾਰ
ਜਿਸ ਦਾ ਸਿਰਫ ਇਤਨਾ ਹੀ ਮਕਸਦ ਹੁੰਦਾ ਹੈ ਕਿ ਜਿਹੜੇ ਸ਼ਬਦ ਦੀ ਅਸੀਂ ਵਿਚਾਰ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਮਹਾਰਾਜ ਨੇ ਉਪਦੇਸ਼ ਕੀ ਬਖਸ਼ਿਸ਼ ਕੀਤਾ ਹੈ, ਉਸ ਦੇ ਪਦ ਅਰਥ, ਉਸ ਦੇ ਸਰਲ ਅਰਥ, ਉਸ ਦਾ ਭਾਵ ਅਰਥ ਤੇ ਸਮੇਂ ਅਨੁਸਾਰ ਉਸ ਨੂੰ ਉਸ ਦੀ ਵਿਆਖਿਆ, ਜਾਂ ਜਿਹਨੂੰ ਅੱਜ ਕੱਲ੍ਹ ਤੁਸੀਂ ਟੇਬਲ ਟਾਕ ਵਿੱਚ ਐਕਸਪਲੇਨ ਕਰਨਾ ਕਹਿੰਦੇ ਹੋ, ਤਾਂ ਇਤਨਾ ਕੁ ਮਕਸਦ ਹੁੰਦਾ ਹੈ। ਤੋ ਇਹ ਦੂਸਰੇ ਸ਼ਬਦਾਂ 'ਚ ਇੰਜ ਕਹਿ ਲਈਏ ਵੀ ਮੰਜ਼ਲ ਦੀਆਂ ਗੱਲਾਂ ਨੇ, ਮੰਜ਼ਲ ਦੀਆਂ ਗੱਲਾਂ। ਕਹਿੰਦੇ ਵੀ ਦੋ ਪਿਓ ਪੁੱਤਰ ਉਹਨਾਂ ਨੇ ਯਾਤਰਾ ਸ਼ੁਰੂ ਕੀਤੀ ਸਵੇਰੇ, ਉਦੋਂ ਸਾਧਨ ਨਹੀਂ ਸਨ ਹੁੰਦੇ ਬਹੁਤੇ। ਜਦੋਂ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਨੇ ਪੁਸਤਕ ਲਿਖੀ ਨਾ ਧਰਮ ਦੀ ਯਾਤਰਾ, ਬੜੀ ਸਾਦਾ ਤੇ ਬਾਕਮਾਲ ਪੁਸਤਕ ਹੈ, ਕਿਤੇ ਤੁਹਾਡੇ ਹੱਥ ਲੱਗੇ ਤੇ ਜ਼ਰੂਰ ਪੜ੍ਹਿਓ। ਧਰਮ ਦੀ ਯਾਤਰਾ, ਬਹੁਤ ਪੁਸਤਕਾਂ ਨੇ, ਧਰਮ ਦੀ ਚਾਦਰ ਵੀ ਹੈ, ਧਰਮ ਦੀ ਯਾਤਰਾ ਵੀ ਹੈ, ਹੋਰ ਵੀ ਬਹੁਤ ਨੇ। ਉਹਨਾਂ ਦੀ ਖਾਸੀਅਤ ਇਹ ਹੈ ਵੀ ਹਰ ਆਮ ਖਾਸ ਉਸ ਪੁਸਤਕ ਨੂੰ ਬੜੇ ਆਰਾਮ ਨਾਲ ਪੜ੍ਹ ਸਕਦਾ ਹੈ, ਔਰ ਜਦੋਂ ਕੋਈ ਸ਼ੁਰੂ ਕਰੇ ਤੇ ਚਾਹ ਕੋਲ ਪਈ ਠੰਡੀ ਹੋ ਜਾਂਦੀ ਏ, ਕਿਤਾਬ ਛੱਡਣ ਤੇ ਦਿਲ ਨਹੀਂ ਕਰਦਾ। ਜਦੋਂ ਉਹਨਾਂ ਨੇ ਧਰਮ ਦੀ ਯਾਤਰਾ ਪੁਸਤਕ ਲਿਖੀ ਤੇ ਮੈਂ ਐਜ ਏ ਟੀਚਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚ ਸੇਵਾ ਕਰ ਰਿਹਾ ਸਾਂ ਤੇ ਪ੍ਰਿੰਸੀਪਲ ਸਨ ਗਿਆਨੀ ਜਗਜੀਤ ਸਿੰਘ ਜੀ ਸਿੱਧਕੀ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਨੇ ਉਹ ਕਿਤਾਬ ਸਿੱਧਕੀ ਸਾਹਿਬ ਨਾਲ ਉਹਨਾਂ ਦਾ ਪ੍ਰੇਮ ਸੀ ਵੀ ਇਹਨੂੰ ਪੜ੍ਹ ਕੇ ਤੇ ਇਹਦੇ ਬਾਰੇ ਦੋ ਸ਼ਬਦ, ਤਾਂ ਜਿਹੜੇ ਦੋ ਸ਼ਬਦ ਪ੍ਰਿੰਸੀਪਲ ਜਗਜੀਤ ਸਿੰਘ ਸਿੱਧਕੀ ਹੋਰਾਂ ਨੇ ਲਿਖੇ ਉਸ ਪੁਸਤਕ ਬਾਰੇ, ਧਰਮ ਦੀ ਯਾਤਰਾ ਬਾਰੇ, ਉਹ ਇਹ ਸਨ ਵੀ ਦੋ ਪਾਂਧੀ, ਦੋ ਪੈਦਲ ਤੁਰਨ ਵਾਲੇ ਮੁਸਾਫਰ ਯਾਤਰੀ ਜਿਸ ਵੇਲੇ ਤੁਰੇ ਤੇ ਸਿਖਰ ਦੁਪਹਿਰ ਹੋ ਗਈ ਤੇ ਬਜ਼ੁਰਗ ਤੇ ਠਰਮੇ ਵਿੱਚ ਸੀ ਤੇ ਨੌਜਵਾਨ ਥੋੜਾ ਕਾਲਾ ਪੈ ਗਿਆ। ਦੋਵੇਂ ਪਿਓ ਪੁੱਤਰ ਸਨ, ਔਰ ਅੱਕ ਕੇ ਬਾਪੂ ਨੂੰ ਕਹਿਣ ਲੱਗਾ ਵੀ ਬਾਪੂ ਕਿੰਨਾ ਕੁ ਆ ਗਏ ਆ ਤੇ ਕਿੰਨਾ ਕੁ ਰਹਿ ਗਏ ਆ। ਉਹ ਕਹਿਣ ਲੱਗਾ ਪੁੱਤਰ ਵੀ 12 ਕੋ ਆ ਗਏ ਆ ਤੇ 12 ਕੋ ਰਹਿ ਗਿਆ, ਪੰਧ ਕਿਹੜਾ ਰਹਿ ਗਿਆ। ਬਾਪੂ 12 ਕੋ ਪੰਧ ਥੋੜਾ ਹੁੰਦਾ ਕਿਤੇ, ਤੂੰ ਤੇ ਇੰਜ ਕਹਿ ਦਿੱਤਾ ਹੈ ਵੀ ਜਿਵੇਂ 10 ਮਿੰਟਾਂ 'ਚ ਟੁਰ ਜਾਣਾ। ਉਹ ਕਹਿਣ ਲੱਗਾ ਪੁੱਤਰ 6 ਕੋ ਤੂੰ ਮੈਨੂੰ ਤੰਗਾੜਿਆਂ ਤੇ ਚੁੱਕੀ ਤੇ 6 ਕੋ ਮੈਂ ਤੈਨੂੰ ਤੰਗਾੜਿਆਂ ਤੇ ਚੁੱਕਾਂਗਾ ਤੇ ਸਫ਼ਰ ਆਪੇ ਹੀ ਤੈਅ ਹੋ ਜਾਏਗਾ। ਤਾਂ ਉਹ ਰਤਾ ਕੋ ਖਿੱਚ ਕੇ ਕਹਿਣ ਲੱਗਾ ਬਾਪੂ ਕੱਲੇ ਕੱਲੇ ਤੋਂ ਤੇ ਤੁਰਿਆ ਨਹੀਂ ਜਾਂਦਾ, ਇੱਕ ਦੂਜੇ ਨੂੰ ਤੰਗਾੜਿਆਂ ਤੇ ਚੁੱਕ ਕੇ ਕਿਵੇਂ ਤੁਰਾਂਗੇ। ਤਾਂ ਬਜ਼ੁਰਗ ਪਲੋਸ ਕੇ ਕਹਿਣ ਲੱਗਾ ਪੁੱਤਰ ਮੇਰਾ ਮਤਲਬ ਇਹ ਹੈ ਕਿ 6 ਕੋ ਮੈਂ ਤੈਨੂੰ ਗੱਲਾਂ ਬਾਤਾਂ ਸੁਣਾਵਾਂਗਾ ਤੇ ਤੂੰ ਹੁੰਗਾਰਾ ਦੇਈ ਜਾਈਂ, ਤੇ 6 ਕੋ ਤੂੰ ਗੱਲਾਂ ਬਾਤਾਂ ਕਰੀ ਤੇ ਹੰਗਾਰਾ ਮੈਂ ਦੇਈ ਜਾਵਾਂਗਾ, ਸਫ਼ਰ ਦਾ ਪਤਾ ਹੀ ਨਹੀਂ ਲੱਗਣਾ। ਆਖਣ ਲੱਗਾ ਹੁਣ ਮੈਨੂੰ ਗੱਲ ਸਮਝ 'ਚ ਆ ਗਈ ਹੈ। ਔਰ ਅਜੇ 2 ਕਦਮ ਹੀ ਤੁਰੇ ਸਨ ਤੇ ਪਿੱਛੋਂ ਆਵਾਜ਼ ਆਈ ਵੀ ਠਹਿਰੋ। ਕੋਈ ਦਰਵੇਸ਼ ਖੜਾ ਸੀ, ਉਹ ਕਹਿਣ ਲੱਗਾ ਮੈਂ ਤੁਹਾਡੀ ਸਾਰੀ ਗੱਲਬਾਤ ਸੁਣੀ ਹੈ, ਗੱਲਬਾਤ ਬਹੁਤ ਚੰਗੀ ਹੈ, ਪਰ ਇੱਕ ਗੱਲ ਦਾ ਧਿਆਨ ਰੱਖਿਓ ਬਈ ਯਾਤਰਾ ਕਰਦਿਆਂ ਕਰਦਿਆਂ ਅੱਗੇ ਦੁਰਾਹੇ ਵੀ ਆਉਣਗੇ, ਤਿਤਰਮ ਮੋੜ ਵੀ ਆਉਣਗੇ ਤੇ ਚੌਰਾਹੇ ਵੀ ਆਉਣਗੇ, ਤੇ ਗੱਲਾਂ ਕਰਦੇ ਕਰਦੇ ਕਿਤੇ ਚੌਰਾਹੇ ਵਿੱਚੋਂ ਉਸ ਪਾਸੇ ਨਾ ਚਲੇ ਜਾਇਓ ਜਿਸ ਪਾਸੇ ਤੁਰਨ ਨਾਲ ਜਿੰਨਾ ਤੁਰੋ ਓਨਾ ਹੀ ਮੰਜ਼ਿਲ ਤੋਂ ਦੂਰ ਹੋਵੋ। ਇਸ ਲਈ ਬੜੀ ਵਧੀਆ ਗੱਲ ਹੈ ਵੀ ਤੁਸੀਂ ਮੇਰੀ ਇੱਕ ਗੱਲ ਮੰਨਿਓ ਵੀ ਗੱਲਾਂ ਕਰੋ, ਪਰ ਗੱਲਾਂ ਮੰਜ਼ਿਲ ਦੀਆਂ ਕਰਿਆ ਜੇ, ਹੋਰ ਨਾ ਕੋਈ ਕਰਿਆ ਜੇ। गर्द आलूद जिशम जोशो अधम चेहरे पर कोई राह रो है जिसे जुस्तजू है मंजिल की। गर्द आलूद चेहरा लिबड़िया ते बड़िया है,
ਕੱਪੜੇ ਥੋੜੇ ਜਿਹੇ ਮੈਲੇ ਨੇ, ਪਰ ਚਿਹਰੇ ਤੇ ਚਮਕ ਹੈ, ਪੁਲਾਂਗ ਚੁਸਤ ਵੀ ਹੈ ਤੇ ਲੰਬੀ ਵੀ ਹੈ। ਅੱਖਾਂ ਵਾਲੇ ਇਹਦੀ ਤੋਰ ਵੇਖ ਕੇ ਕਹਿੰਦੇ ਨੇ ਵੀ ਇਹ ਮੰਜ਼ਿਲ ਤੇ ਜ਼ਰੂਰ ਪਹੁੰਚੇਗਾ। ਤੋ ਪ੍ਰੇਮੀਓ, ਇਹ ਮੰਜ਼ਿਲ ਦੀਆਂ ਗੱਲਾਂ ਨੇ। ਜਿਹੜੇ ਮੰਜ਼ਿਲ ਦੀਆਂ ਗੱਲਾਂ ਵੀ ਨਹੀਂ ਕਰਦੇ, ਕਿਤਨਾ ਕੁਝ ਕਰਨਾ ਪੈਂਦਾ ਮੰਜ਼ਿਲ ਤੇ ਆਉਣ ਲਈ। ਪਹਿਲਾਂ ਜੀ ਕੈਨੇਡਾ ਅਰਾਈਵ ਐਪ ਡਾਊਨਲੋਡ ਕਰ ਲਓ, ਕੋਵਿਡ-19 ਦਾ ਸਰਟੀਫਿਕੇਟ ਲੈ ਲਓ, ਟਿਕਟ ਕਰਾ ਲਈਏ, ਕਿਟ ਲੈ ਲਈਏ, ਦਵਾਈਆਂ ਨਾਲ ਲੈ, ਬਿੱਲ ਲੈ ਲਿਆ ਜੇ ਦਵਾਈਆਂ ਦੇ। ਫਾਰ ਐਗਜ਼ਾਮਪਲ 50 ਖਲਜਗਣ ਕਰਨੇ ਪੈਂਦੇ ਨੇ। ਅੱਗੋਂ ਕੌਣ ਲੈਣ ਆਵੇਗਾ, ਪਿੱਛੋਂ ਕੌਣ ਛੱਡਣ ਜਾਏਗਾ, ਕਿੰਨੇ ਘੰਟੇ ਪਹਿਲਾਂ ਆਉਣਾ। ਤੋ ਜਿਹੜੇ ਇਹ ਸਭ ਨਹੀਂ ਕਰਦੇ ਉਹਨਾਂ ਨੂੰ ਰਾਈਟ ਵੇ ਉੱਥੇ ਦਿੱਕਤ ਵੀ ਆਉਂਦੀ ਹੈ। ਇਹ तमाम ਪ੍ਰੋਸੈਸਿੰਗ ਮੰਜ਼ਿਲ ਤੇ ਪਹੁੰਚਣ ਵਾਸਤੇ ਜਿਸ ਯਾਤਰਾ ਤੇ ਅਸੀਂ ਤੁਸੀਂ ਨਿਕਲਣਾ ਹੈ ਜਾਂ ਨਿਕਲ ਚੁੱਕੇ ਹਾਂ, ਇਹ ਉਹਦੀ ਡਿਸਕਸ ਹੈ, ਇਹ ਉਹਦੀਆਂ ਗੱਲਾਂ ਨੇ, ਉਹ ਬੜੀਆਂ ਜ਼ਰੂਰੀ ਨੇ, ਇਹ ਬਹੁਤ ਜ਼ਰੂਰੀ ਨੇ। ਪਰ ਖਿਮਾ ਕਰ ਦੇਣਾ, ਨਿਰਾਸ਼ ਨਾ ਹੋਣਾ, ਇਹ ਮੰਜ਼ਿਲ ਨਹੀਂ ਹੈ, ਇਹ ਵੀ ਮੈਂ ਬੇਨਤੀ ਕਰਦੇ ਹਾਂ। ਮੰਜ਼ਿਲ ਤੇ ਜਾਣ ਦਾ ਆਰ ਪਾਰ ਹੈ, ਮੁਸ਼ੱਕਤ ਹੈ, ਕੋਸ਼ਿਸ਼ ਹੈ, ਮੰਜ਼ਿਲ ਨਹੀਂ ਹੈ। ਇਹ ਪੁਲ ਹੈ, ਇਹਨੂੰ ਲੰਘ ਜਾਣਾ ਹੈ। ਇਹ ਟ੍ਰੇਨ ਹੈ, ਇਹਦੇ ਤੇ ਸਫ਼ਰ ਕਰਕੇ ਉੱਤਰ ਜਾਣਾ ਹੈ। ਇਹ ਪਲੇਨ ਹੈ, ਇਹਦੇ ਤੇ ਸਫ਼ਰ ਕਰਕੇ ਉੱਤਰ ਜਾਣਾ ਹੈ। ਇਹਦੇ ਵਿੱਚ ਨਹੀਂ ਬੈਠੇ ਰਹਿਣਾ, ਜਾਣਾ ਕਿਤੇ ਹੋਰ ਹੈ, ਅੱਗੇ ਜਾਣਾ ਹੈ। GPS ਨੂੰ ਚੁੰਮ ਮਾਰਗਦਰਸ਼ਨ ਕਰਦਾ ਹੈ, ਪਰ GPS ਮੰਜ਼ਿਲ ਨਹੀਂ ਹੁੰਦਾ, ਮੰਜ਼ਿਲ ਦੱਸਣ ਵਾਲਾ ਉਪਕਰਨ ਹੁੰਦਾ ਹੈ। ਪਰ ਇਸ ਗੱਲ ਦੀ ਨਿਹਾਇਤ ਖੁਸ਼ੀ ਹੈ ਵੀ ਇੱਥੇ ਜਿਤਨੇ ਕੁ ਸਰੀਰ, ਇੱਕ ਤੇ ਸਵੇਰ ਦੇ ਦੀਵਾਨ ਵਿੱਚ ਗੁਰਦੁਆਰਿਆਂ 'ਚ ਸੰਗਤ ਨਹੀਂ ਜੁੜਦੀ, ਪਰ ਇੱਥੇ ਫਿਰ ਵੀ ਕਥਾ ਕਰਦਿਆਂ ਕਰਦਿਆਂ ਮਾਹੌਲ ਸੁੰਦਰ ਬਣ ਜਾਂਦਾ ਹੈ। ਦੂਸਰੀ ਇੱਥੇ ਗੁਰਦੁਆਰਾ ਦਸ਼ਮੇਸ਼ ਦਰਬਾਰ, ਜਿੱਥੇ ਆਪ ਜੀ ਸਜੇ ਹੋਏ ਹੋ, ਗੁਰੂ ਰੂਪ ਸਾਧ ਸੰਗਤ ਜੀ, ਤੁਹਾਡੀ ਖਾਸੀਅਤ ਇਹ ਹੈ ਵੀ ਕਦੀ ਕਦਾਈ ਛੁੱਟ-ਪੁੱਟ ਛੱਡ ਕੇ ਤੁਹਾਡੇ ਇੱਥੇ ਗੁਰਮਤ ਵਿਚਾਰਾਂ ਵਾਲਾ ਵਾਤਾਵਰਣ ਬੜਾ ਸੁੰਦਰ ਹੁੰਦਾ ਹੈ। ਵਧਾਈ ਦੇ ਪਾਤਰ ਹੋ। ਸੋ ਹੁਣ ਮੈਂ ਤੁਹਾਡਾ ਧਿਆਨ ਦਰਗਾਹੀ ਬੋਲਾਂ ਵੱਲ ਦਵਾਵਾਂ। ਸੋ ਆਓ, ਜਿਤਨੇ ਕੁ ਸਰੀਰ ਬੈਠੇ ਹੋ, ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਚਤੁਰ 10 ਹਾਟ ਦੀਵੇ ਦੋਏ ਸਾਖੀ। ਚਤੁਰ 4 10 10, 4 ਜਮਾ 10 ਬਰਾਬਰੇ 14। ਦੀਵੇ ਦੋਏ ਸੂਰਜ ਤੇ ਚੰਦਰਮਾ। ਕਿਉਂਕਿ ਇਸਲਾਮ 14 ਤਬਕ ਮੰਨਦਾ ਹੈ, 14 ਤਬਕ, 7 ਪਤਾਲ ਤੇ ਆਕਾਸ਼। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਇਸ ਗੱਲ ਦੀ ਗਵਾਹੀ 14 ਤਬਕ ਤੇ ਸੂਰਜ ਤੇ ਚੰਦਰਮਾ ਵੀ ਭਰਦੇ ਨੇ। ਕਿਸ ਗੱਲ ਦੀ ਗਵਾਹੀ ਭਰਦੇ ਨੇ, ਅਗਲੀ ਪੰਕਤੀ ਦੱਸਣਗੇ। ਚਤੁਰ 10 ਹਾਟ ਦੀਵੇ ਦੋਏ ਸਾਖੀ। 14 ਤਬਕ ਸੂਰਜ ਚੰਦਰਮਾ ਇਸ ਗੱਲ ਦੀ ਗਵਾਹੀ ਭਰ ਰਹੇ ਨੇ। ਕਿਸ ਗੱਲ ਦੀ ਗਵਾਹੀ ਭਰ ਰਹੇ ਨੇ? ਸੇਵਕ ਪੰਚ ਨਾਹੀ ਬਿਖ ਚਾਖੀ। ਜਿਹੜਾ ਸੇਵਕ ਹੈ ਪ੍ਰਮਾਤਮਾ ਦਾ, ਜਿਸ ਨੂੰ ਗੁਰੂ ਨਾਨਕ ਸਾਹਿਬ ਪੰਚ ਕਹਿੰਦੇ ਨੇ। ਵੈਸੇ ਸਾਡੇ ਪਿੰਡਾਂ 'ਚ ਪੰਚ ਮੈਂਬਰ ਪੰਚਾਇਤ ਨੂੰ ਵੀ ਕਹਿੰਦੇ ਨੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਪੰਚ ਸ਼ਬਦ ਹੈ ਉਹ ਬੜਾ ਪਵਿੱਤਰ ਹੈ ਔਰ ਬੜਾ ਉੱਚਾ ਸੁੱਚਾ ਹੈ। ਜਪਜੀ ਵਿੱਚ ਆਪ ਜੀ ਉਸ ਦਾ ਦਰਸ਼ਨ ਕਰਦੇ ਹੋ। ਪਰ ਉਦੋਂ ਪਹਿਲਾਂ ਮਹਾਰਾਜ 4 ਪੌੜੀਆਂ ਸੁਣਿਆਂ ਦੀਆਂ ਤੇ 4 ਮੰਨਿਆਂ ਦੀਆਂ ਉਚਾਰਨ ਕਰਕੇ ਫਿਰ ਕਹਿੰਦੇ ਨੇ ਵੀ ਜਿਹਨੇ ਸੁਣਿਆ ਹੈ ਔਰ ਫਿਰ ਮੰਨ ਲਿਆ ਹੈ, ਉਹਦੀ ਅਵਸਥਾ ਹੈ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਹਿ ਮਾਨ। ਇੱਥੇ ਫਿਰ ਪੰਚ ਸੰਕੇਤ ਮਾਤਰ ਕਹਿ ਕੇ ਮਹਾਰਾਜ ਅੱਗੇ ਲੰਘ ਜਾਂਦੇ ਨੇ। ਚਤੁਰ 10 ਹਾਟ ਦੀਵੇ ਦੋਏ ਸਾਖੀ। ਇਸ ਗੱਲ ਦੀ ਗਵਾਹੀ 14 ਤਬਕ ਸੂਰਜ ਤੇ ਚੰਦਰਮਾ ਭਰਦੇ ਨੇ, ਦਿੰਦੇ ਨੇ। ਕਿਸ ਗੱਲ ਦੀ ਗਵਾਹੀ? ਸੇਵਕ ਪੰਚ ਨਾਹੀ ਬਿਖ ਚਾਖੀ। ਜਿਹੜਾ ਪ੍ਰਮਾਤਮਾ ਦਾ ਸੇਵਕ ਹੈ, ਭਗਤ ਹੈ, ਭਜਨ ਬੰਦਗੀ ਕਰਨ ਵਾਲਾ ਹੈ ਔਰ ਪੰਚ ਬਣ ਚੁੱਕਾ ਹੈ,
ਨਾ ਹੀ ਬਿੱਖ ਚਾਖੀ, ਉਹਨੇ ਮਾਇਆ ਰੂਪੀ ਜ਼ਹਿਰ ਚੱਖਣਾ ਬੰਦ ਕਰ ਦਿੱਤਾ। ਹੋ ਸਕਦਾ ਜਦੋਂ ਨਹੀਂ ਸੀ ਆਇਆ ਚੱਖਿਆ ਹੋਵੇ, ਪਰ ਇੱਕ ਸਟੇਜ ਤੇ ਫਿਰ ਜਾ ਕੇ ਕਹਿੰਦਾ ਵੀ ਚੱਖ ਛੋਡੀ ਸੰਸਾ ਨਹੀਂ ਕੋਏ। ਇਹਨੂੰ ਚੱਖ ਲਿਆ ਔਰ ਦੇਖ ਲਿਆ, ਔਰ ਇਹਨੂੰ ਚੱਖ ਕੇ ਫਿਰ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ। ਇਹਨਾਂ ਨੂੰ ਵੀ ਚੱਖਿਆ ਹੈ, ਉਹਨੂੰ ਵੀ ਚੱਖਿਆ, ਪਰ ਹੁਣ ਕੰਪੈਰੀਜ਼ਨ ਕਰਕੇ ਮੈਨੂੰ ਕਹਿਣ ਵਿੱਚ ਕੋਈ ਸੰਕੋਚ ਨਹੀਂ ਬਈ ਉਹਦੇ ਸਵਾਦ ਦੇ ਮੁਕਾਬਲੇ ਤੇ ਇਹਦਾ ਸਵਾਦ ਕੁਛ ਵੀ ਨਹੀਂ, ਹੋਛਾ ਰਸ ਹੈ। ਇਹਦੇ ਨਾਲ ਕੋਈ ਰੱਜਦਾ? ਮੈਂ ਅਕਸਰ ਬੇਨਤੀ ਕਰਨਾ ਹੁੰਦਾ ਵੀ ਮਾਇਆ ਕਰੰਸੀ ਪਦਾਰਥਵਾਦ ਸਾਡੀ ਰਿਕੁਆਇਰਮੈਂਟ ਹੈ, ਜ਼ਰੂਰਤ ਹੈ, ਕਿਸੇ ਦਾ ਕੰਮ ਨਹੀਂ ਚੱਲਦਾ। ਮੈਨੂੰ ਖਿਮਾ ਕਰਨਾ, ਇਹਦੇ ਤੋਂ ਬਿਨਾਂ ਕਿਸੇ ਗ੍ਰਸਤੀ ਦਾ ਘਰ ਨਹੀਂ ਚੱਲਦਾ, ਕਿਸੇ ਕੀਰਤਨੀਏ ਦਾ, ਕਿਸੇ ਪ੍ਰਚਾਰਕ ਦਾ। ਮੈਨੂੰ ਦੁਬਾਰਾ ਕਹਿਣ ਵਾਸਤੇ ਮਾਫ ਕਰ ਦੇਣਾ, ਗੁਰਦੁਆਰੇ ਨਹੀਂ ਚੱਲਦੇ, ਗਿਰਜੇ ਨਹੀਂ ਚੱਲਦੇ, ਮੰਦਰ ਨਹੀਂ ਚੱਲਦੇ, ਮਸੀਤਾਂ ਨਹੀਂ ਚੱਲਦੀਆਂ, ਸਭ ਮਾਇਆ ਨਾਲ ਹੀ ਚੱਲਦੇ ਨੇ। ਪਰ ਜੇ ਕਿਤੇ ਇਹ ਰਿਕੁਆਇਰਮੈਂਟ ਬਣ ਜਾਏ, ਜ਼ਰੂਰਤ ਹੈ, ਮਕਸਦ ਨਹੀਂ ਜੀਵਨ ਦਾ। ਹੁਣ ਅਸੀਂ ਮਿਸਟੇਕ ਕਿੱਥੇ ਕਰਨੇ ਆ ਬਈ ਅੱਗ ਨੂੰ ਬੁਝਾਉਣ ਵਾਸਤੇ ਅੱਗ ਵਿੱਚ ਹੋਰ ਲੱਕੜਾਂ ਪਾਉਣ ਦੀ ਗੁਸਤਾਖੀ ਕਰਨੇ ਆ। ਇੰਨੀਆਂ ਲੱਕੜਾਂ ਪਾ ਦਿਓ, ਇੰਨੀਆਂ ਲੱਕੜਾਂ ਪਾਈ ਤੁਰੇ ਜਾਓ, ਲਗਾਤਾਰ ਪਾਈ ਤੁਰੇ ਜਾਓ, ਪਾਈ ਤੁਰੇ ਜਾਓ, ਬਈ ਜਿੰਨਾ ਚਿਰ ਅੱਗ ਅੱਕ ਨਹੀਂ ਜਾਂਦੀ ਜਾਂ ਥੱਕ ਨਹੀਂ ਜਾਂਦੀ, ਲੱਕੜਾਂ ਪਾਈ ਜੋ। ਤੇ ਸਿਆਣੇ ਕਹਿੰਦੇ ਸਾਰੀ ਪ੍ਰਿਥਵੀ ਦੀ ਬਨਸਪਤੀ ਮੁੱਕ ਜਾਏਗੀ, ਅੱਗ ਨੇ ਨਾ ਅੱਕਣਾ ਤੇ ਨਾ ਉਹਨੇ ਬੁਝਣਾ। ਪਾਣੀ ਨਾਲ ਸੀ, ਲੱਕੜਾਂ ਨਾਲ ਥੋੜਾ। ਜੋ ਮਨ ਕਹਿੰਦਾ ਇਹਨੂੰ ਪ੍ਰੋਵਾਈਡ ਕਰਵਾ ਦਿਓ, ਜੋ ਮਨ ਕਹਿੰਦਾ ਇਹਨੂੰ ਹੋਰ। ਹੁਣ ਵਾਮਪੰਥੀ ਇਹੋ ਕੁਛ ਹੀ ਕਰਦੇ ਸਨ। ਮਹਾਰਾਜ ਗੁਹਾਟੀ ਗਏ, ਗੁਰੂ ਨਾਨਕ ਸਾਹਿਬ ਕਲਕੱਤੇ ਗਏ, ਵਾਮਪੰਥੀਆਂ ਦੇ ਹੈੱਡ ਆਫਿਸ ਨੇ। 4 ਗੱਲਾਂ ਕਰੋਗੇ ਤੇ ਅੰਦਰ ਵੜ ਸਕਦੇ ਹੋ। ਦਰਵਾਜ਼ੇ ਦੇ ਉੱਤੇ ਸ਼ਰਾਬ ਪਿਆ ਹੈ, ਮੀਟ ਰਿੰਨ ਕੇ ਰੱਖਿਆ, ਖਾਓ ਪੀਓ, ਔਰ ਕੁਝ ਹੋਰ ਕੰਮ ਇਸ ਤਰ੍ਹਾਂ ਦੇ ਜਿਹੜੇ ਅਸੀਂ ਇੱਥੇ ਸੰਗਤ 'ਚ ਨਹੀਂ ਸਾਂਝੇ ਕਰ ਸਕਦੇ। ਇਹ 4 ਕੰਮ ਕਰੋ, ਫਿਰ ਤੁਹਾਨੂੰ ਐਂਟਰੀ ਮਿਲੇਗੀ। ਇਹ ਸੱਚਾਈ ਹੈ। ਤੁਸੀਂ ਕੱਢੋ ਉੱਥੇ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ, ਤੁਸੀਂ ਵਾਮਪੰਥ ਕੱਢ ਲਓ, ਇੱਥੇ ਬੈਠੇ ਬੈਠੇ ਭਾਵੇਂ ਕੱਢ ਲਓ, ਫਿਰ ਐਂਟਰੀ ਮਿਲੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਮਲ ਕੀ ਕੁੱਟਦੇ ਹੋ? ਨਹੀਂ ਗੁਰੂ ਨਾਨਕ, ਅਸੀਂ ਕਮਲ ਨਹੀਂ ਕੁੱਟਦੇ। ਵੇਖੋ ਜਦੋਂ ਨਾਮ ਜਪਣ ਤੇ ਬਈਏ ਫੁਰਨੇ ਆਉਂਦੇ ਨੇ, ਮਨ ਹੋਰ ਪਾਸੇ ਜਾਂਦਾ ਹੈ ਨਾ। ਮਹਾਰਾਜ ਕਹਿਣ ਲੱਗੇ ਜਾਂਦਾ ਹੈ। ਅਸੀਂ ਜੋ ਮਨ ਕਹਿੰਦਾ ਪਹਿਲਾਂ ਉਹ ਕਰਨੇ ਆ ਵੀ ਮਨ ਉਧਰੋਂ ਤ੍ਰਿਪਤ ਹੋ ਜਾਏ, ਫਿਰ ਨਾਮ ਜਪੀਏ। ਤੇ ਮਹਾਰਾਜ ਕਹਿਣ ਲੱਗੇ ਮਨ ਨੂੰ ਤ੍ਰਿਪਤ ਕਰਨਾ ਤੇ ਇਸ ਤਰ੍ਹਾਂ ਹੈ ਜਿਵੇਂ ਅੱਗ ਦੇ ਉੱਤੇ ਹੋਰ ਲੱਕੜਾਂ ਪਾ ਕੇ ਅੱਗ ਨੂੰ ਤ੍ਰਿਪਤ ਕਰਨ ਵਾਲੀ ਗੱਲ। ਇਹ ਕਿੱਦਾਂ ਹੋ ਜਾਏਗੀ? ਇਹ ਨਹੀਂ ਹੋਣੀ ਨਾ। ਅੱਗ ਪਾਣੀ ਨਾਲ ਬੁਝਦੀ ਹੈ, ਲੱਕੜਾਂ ਨਾਲ ਨਹੀਂ ਬੁਝਦੀ, ਜਿੰਨੀਆਂ ਮਰਜ਼ੀ ਪਾ ਦਿਓ। ਸੇਵਕ ਦੀ ਇਹ ਅੰਦਰੋਂ ਸਟੇਜ ਬਣ ਜਾਂਦੀ ਹੈ ਕਿ ਉਹ ਰਿਕੁਆਇਰਮੈਂਟ ਜ਼ਰੂਰਤਾਂ ਲਈ ਕਿਰਤ ਕਰਦਾ ਹੈ, ਧਨ ਕਮਾਉਂਦਾ ਹੈ। ਜਾਇਜ਼ ਢੰਗ ਨਾਲ ਮੱਖਣ ਸ਼ਾਹ ਲਬਾਣੇ ਨੇ ਛਿਪਾਂ ਤੱਕ ਬਣਾ ਲਈਆਂ। ਮਹਾਰਾਜ ਨੇ ਇਹ ਨਹੀਂ ਆਖਿਆ ਵੀ ਮੱਖਣ ਸ਼ਾਹ ਹੁਣ ਬੱਸ ਕਰ, ਪਰ ਸ਼ਾਰਟਕਟ ਸਿੱਖ ਨਾ ਮਾਰੇ, ਚੀਟਿੰਗ ਨਾ ਕਰੇ, ਔਰ ਕਿਸੇ ਦਾ ਹੱਕ ਨਾ ਮਾਰੇ। ਔਰ ਕਿਸੇ ਦਾ ਹੱਕ ਮਾਰ ਕੇ ਵੀ ਫਿਰ ਕਰਨੇ ਅਸੀਂ ਕੀ ਆ? ਅੱਛਾ, ਮੈਂ ਸਾਰਿਆਂ ਦੀ ਛੱਡ ਦਿਆਂ, ਮੈਂ ਆਪਣੀ ਗੱਲ ਕਰਾਂ, ਆਪਣੇ ਲਾਣੇ ਦੀ ਗੱਲ ਕਰਾਂ। 6 ਮਹੀਨੇ ਦਾ ਟੂਰ ਹੈ, ਉੱਥੇ ਗਏ, ਉੱਥੇ ਮਹੀਨਾ ਲਾਇਆ, ਮਾਇਆ ਇਕੱਠੀ ਕੀਤੀ, ਔਰ ਫਿਰ ਇੰਡੀਆ ਪਹੁੰਚ ਗਏ। ਔਰ ਫਿਰ ਪਤਨੀ ਦੇ ਤੇ ਲੜਕੇ ਦੇ ਸਾਹਮਣੇ ਢੇਰੀ ਕਰਕੇ ਉਹਨਾਂ ਨਾਲ ਆਈ ਕੰਟੈਕਟ ਬਣਾਇਆ ਵੀ ਵੇਖ ਮੈਂ ਕਿੱਡਾ ਮਾਰ ਆ, ਮਾਇਆ ਇਕੱਠੀ। ਇੰਨੀ ਕੁ ਗੱਲ ਹੈ ਨਾ, ਇਤਨੀ ਕੁ ਗੱਲ ਹੈ ਨਾ। ਮਹਾਰਾਜ ਕਹਿੰਦੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪਏ ਆਨ ਲੁਟਾਵੇ। ਔਰ ਸੁਣ, ਲੁਟਾ ਦੇ ਇਹਨਾਂ ਕੋਲ ਜਿੰਨੇ ਲੁਟਾਣੇ ਨੇ, ਪਰ ਇੱਕ ਗੱਲ ਚੇਤਾ ਰੱਖੀ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਹਿਸਾਬ ਤੇਰੀ ਪਤਨੀ ਕੋਲੋਂ, ਤੇਰੇ ਬੇਟੇ ਕੋਲੋਂ, ਤੇਰੀ ਬੇਟੀ ਕੋਲੋਂ ਨਹੀਂ, ਹਿਸਾਬ ਤੇਰੇ ਕੋਲੋਂ ਲਿਆ ਜਾਣਾ। ਧਨ ਕਮਾ ਪ੍ਰਪੰਚ ਨਾ ਕਰ, ਧਨ ਕਮਾ ਕਿਸੇ ਦਾ ਹੱਕ ਨਾ ਮਾਰ, ਚੀਟਿੰਗ ਨਾ ਕਰ, ਪਖੰਡ ਨਾ ਕਰ, ਕਮਾ ਜਾਇਜ਼ ਢੰਗ ਨਾਲ ਜਿੰਨਾ ਕਮਾਇਆ ਜਾਂਦਾ। ਕੌਣ ਮਨਾ ਕਰਦਾ? 14 ਤਬਕ ਸੂਰਜ ਚੰਦਰਮਾ ਇਸ ਗੱਲ ਦੇ ਗਵਾਹ ਨੇ ਵੀ ਜਿਹਦੀ ਬਾਤ ਬਣ ਜਾਂਦੀ ਏ
ਉਹਦੇ ਜੀਵਨ ਵਿੱਚੋਂ ਇਹ ਸਾਰੀਆਂ ਪ੍ਰਪੰਚ ਖਤਮ ਹੋ ਜਾਂਦੇ ਨੇ। ਉਹਦੀ ਸੁਰਤ ਨਾਮ ਵੱਲ ਰਹਿੰਦੀ ਏ। ਆਮ ਬੰਦੇ ਵਾਂਗੂ 10 ਦਿਸ਼ਾਵਾਂ ਵੱਲ ਦੌੜਦਾ, ਕਿਰਤਕਾਰ ਕਰਦਾ ਹੈ ਤਾਂ ਕਿ ਮੇਰੀ ਗੁਜਰਾਨ ਚੱਲਦੀ ਰਹੇ, ਮੈਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ। ਕਿਰਤ ਉਹ ਵੀ ਕਰਦਾ ਹੈ। ਦਹਿ ਦਿਸ ਬੁੱਢੀ ਪਵਨ ਚਲਾਵੇ, ਡੋਰ ਰਹੀ ਲਿਵਲਾਈ। ਬੱਚੇ ਗੱਲਾਂ ਬਾਤਾਂ ਸਾਥੀਆਂ ਨਾਲ ਵੀ ਕਰਦੇ ਨੇ, ਪਰ ਸੁਰਤ ਪਤੰਗ ਦੀ ਡੋਰ ਵਿੱਚ ਹੁੰਦੀ ਏ। ਫਿਰ ਭਗਤ ਦੀ ਸੁਰਤ ਨਿਰੰਕਾਰ ਵਿੱਚ ਹੁੰਦੀ ਏ, ਔਰ ਪਰਿਵਾਰ ਨੂੰ, ਸੰਸਾਰ ਨੂੰ ਚਲਾਉਣ ਵਾਸਤੇ ਉਹ 10 ਦਿਸ਼ਾਵਾਂ ਵਿੱਚ ਵਿਚਰਦਾ ਵੀ ਏ, ਕੰਮ ਵੀ ਕਰਦਾ ਹੈ, ਪਰ ਅੰਦਰੋਂ ਟਿਕ ਟਿਕੀ, ਅੰਦਰੋਂ ਸੁਰਤ, ਅੰਦਰੋਂ ਲਟਕ ਪਰਮਾਤਮਾ ਨਾਲ ਲੱਗੀ ਹੁੰਦੀ ਹੈ। ਪੰਚ ਨਾਹੀ ਬਿਖ ਚਾਖੀ, ਅੰਤਰ ਵਸਤ ਅਨੂਪ ਨਿਰਮੋਲਕ, ਗੁਰ ਮਿਲਿਆ ਹਰ ਧਨ ਪਾਇਆ। ਅੰਦਰ ਜਿਹੜੀ ਅਨੂਪ ਵਸਤੂ ਹੈ, ਵੈਸੇ ਅਨੂਪ ਕਹਿੰਦੇ ਜਿਹਨੂੰ ਤੁਸੀਂ ਵੰਡਰਫੁਲ ਕਹਿੰਦੇ ਹੋ, ਇਹਨੂੰ ਅਨੂਪਮ ਵੀ ਕਹਿੰਦੇ ਨੇ, ਇਹਨੂੰ ਅਨੂਪ ਵੀ ਕਹਿੰਦੇ ਨੇ। ਸਾਧ ਸੰਗਤ ਜੀ, ਅਨੂਪ ਦੇ ਅਰਥ ਹੁੰਦੇ ਨੇ ਜਿਹਦੀ ਉਪਮਾ ਬਿਆਨ ਨਾ ਕੀਤੀ ਜਾ ਸਕੇ। ਅੰਦਰ ਤੇਰੇ ਜਿਹੜਾ ਨਾਮ ਹੈ, ਜਿਸ ਨੂੰ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਕਿਹਾ ਜਾਂਦਾ ਹੈ, ਉਹ ਜਿਹੜਾ ਨਾਮ ਅੰਮ੍ਰਿਤ ਤੇਰੇ ਅੰਦਰ ਹੈ, ਉਸ ਨਾਮ ਅੰਮ੍ਰਿਤ ਤੇਰੇ ਅੰਤਰ ਵਸਤ ਅਨੂਪ ਨਿਰਮੋਲਕ। ਦੂਜੀ ਗੱਲ, ਇਹਦਾ ਕੋਈ ਮੁੱਲ ਨਹੀਂ ਚੁਕਾ ਸਕਦਾ। ਵੈਸੇ ਪ੍ਰਾਪਤ ਹੋ ਜਾਂਦਾ ਗੁਰੂ ਦੇ ਮਾਧਿਅਮ ਨਾਲ, ਪਰ ਜਿਸ ਤਰ੍ਹਾਂ ਅਸੀਂ ਹੈਬਚਲ ਹੋ ਜਾਂਦੇ ਹਾਂ ਵੀ ਜੇ ਜੇਬ ਵਿੱਚ ਕਰੰਸੀ ਹੈ ਤੇ ਜੋ ਮਰਜ਼ੀ ਖਰੀਦ ਲਈਏ, ਮੌਲ ਵਿੱਚ ਜਾ ਕੇ ਸੂਈ ਤੋਂ ਲੈ ਕੇ ਜਹਾਜ਼ ਤੱਕ ਜੋ ਮਰਜ਼ੀ ਖਰੀਦੋ। ਮਹਾਰਾਜ ਕਹਿੰਦੇ ਵੀ ਸਭ ਕੁਝ ਖਰੀਦਿਆ ਜਾ ਸਕਦਾ ਹੈ, ਪਰਮਾਤਮਾ ਦਾ ਨਾਮ ਮਾਇਆ ਦੇ ਤਬਾਦਲੇ ਵਿੱਚ ਨਹੀਂ ਖਰੀਦਿਆ ਜਾਂਦਾ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਉੱਥੇ ਮਨ ਦਾ ਦੇ ਉੱਤੇ ਲਾਣਾ ਪੈਂਦਾ ਹੈ, ਇਸ ਲਈ ਨਿਰਮੋਲਕ ਹੈ। ਨਾਲ ਲਿਖਿਆ ਗੁਰ ਮਿਲਿਆ ਹਰ ਧਨ ਪਾਇਆ। ਗੁਰੂ ਨੂੰ ਮਿਲ ਕੇ ਇਹ ਹਰੀ ਧਨ ਦੀ ਪ੍ਰਾਪਤੀ ਹੁੰਦੀ ਹੈ ਪ੍ਰੇਮੀਓ, ਉਂਝ ਨਹੀਂ ਹੁੰਦੀ। ਭਾਵੇਂ ਸਾਨੂੰ ਪਤਾ ਹੈ ਵੀ ਵਾਹਿਗੁਰੂ ਗੁਰਮੰਤਰ ਹੈ, ਮੂਲ ਮੰਤਰ ਇੱਕ ਓਂਕਾਰ ਤੋਂ ਅੱਗੇ ਹੈ, ਇਹ ਵੀ ਪਤਾ ਹੈ ਵੀ ਨਿਤਨੇਮ ਸਵੇਰੇ ਕਿਹੜਾ ਕਰਨਾ ਹੈ, ਲੌਡੇ ਪੈਰ ਕਿਹੜਾ ਕਰਨਾ ਹੈ, ਸੌਣ ਵੇਲੇ ਕਿਹੜਾ ਕਰਨਾ ਹੈ, ਸਾਰਾ ਪਤਾ ਹੈ, ਜਾਣਕਾਰੀ ਹੈ। ਫਿਰ ਵੀ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ ਸਿੱਖ ਲਈ ਬਹੁਤ ਜ਼ਰੂਰੀ ਹੈ। ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ। ਔਰ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ ਮੀਨਸ ਵੀ ਇੱਕ ਦਿਨ ਗਏ, ਅੰਮ੍ਰਿਤ ਛਕ ਲਿਆ ਚਾਅ ਨਾਲ, ਤੇ ਫਿਰ ਸਾਰੀ ਮਰਿਆਦਾ, ਸਾਰੀ ਪੰਜਾਂ ਪਿਆਰਿਆਂ ਦਾ ਉਪਦੇਸ਼ ਭੁੱਲ ਗਏ, ਉਹ ਵੀ ਨਹੀਂ। ਮਤਲਬ ਦਾਖਲਾ ਅੱਜ ਲੈ ਲਿਆ ਹੈ, ਹੁਣ ਰੈਗੂਲਰ ਕਲਾਸਿਸ ਅਟੈਂਡ ਕਰਨੀਆਂ ਨੇ, ਹੋਮਵਰਕ ਵੀ ਕਰਨਾ ਹੈ, ਤੇ ਫਿਰ ਜਾ ਕੇ ਕਿਤੇ ਡਿਪਲੋਮਾ ਡਿਗਰੀ ਮਿਲਦੀ ਹੈ ਨਾ ਪ੍ਰੇਮੀਓ। ਕੱਲਾ ਦਾਖਲਾ ਲੈ ਕੇ ਬਹਿ ਜਾਈਏ ਫਿਰ ਤੇ ਨਹੀਂ ਨਾ ਮਿਲਦੀ। ਹੁਣ ਮੈਂ ਆਪ ਜੀ ਦੀ ਨਜ਼ਰ ਅਗਲਾ ਪਦਾ ਕਰਦਿਆਂ, ਕਿਉਂਕਿ 2-3 ਪਦੇ ਨੇ, ਔਰ ਫਿਰ ਅਗਲਾ ਜਿਹੜਾ ਸ਼ਬਦ ਹੈ ਪੂਰਾ ਉਹ ਆਪ ਜੀ ਤੋਂ ਆਗਿਆ ਲੈ ਕੇ ਸ਼ੁਰੂ ਕਰਾਂਗਾ। ਤਖਤ ਬਹਿ ਤਖਤੈ ਕੀ ਲਾਇਕ, ਪੰਚ ਸਮਾਏ ਗੁਰਮਤਿ ਪਾਇਕ। ਇਹ ਜਿਹੜਾ ਇੱਥੇ ਤਖਤ ਕਿਹਾ ਸਰੀਰ ਨੂੰ, ਇਹ ਜਿਹੜਾ ਸਾਡਾ ਸਰੀਰ ਰੂਪੀ ਤਖਤ ਪ੍ਰਮਾਤਮਾ ਨੇ ਆਪਣੇ ਬਹਿਣ ਲਈ ਬਣਾਇਆ ਹੈ, ਇਹਦੇ ਵਿੱਚ ਵੀ ਉਹ ਹੀ ਬੈਠਦਾ ਜਿਹੜਾ ਤਖਤ ਦੇ ਉੱਤੇ ਬਹਿਣ ਦੇ ਕਾਬਿਲ ਹੈ। ਉਂਝ ਤੇ ਗੁਰਮਤਿ ਨੇ ਬਹਿਰੂਨੀ ਤਖਤ ਬਾਰੇ ਵੀ ਬਚਨ ਕੀਤਾ ਹੈ ਵੀ ਤਖਤੈ ਰਾਜਾ ਸੋ ਬਹਿ, ਜੋ ਤਖਤੈ ਲਾਇਕ ਹੋਏ। ਹੁਣ ਉਹ ਤਖਤ ਦੇ ਲਾਇਕ ਜਿਹੜੇ ਰਾਜੇ ਦੀ ਪਰਿਭਾਸ਼ਾ ਹੈ, ਉਹਦੇ ਕਈ ਪਹਿਲੂ ਨੇ, ਕਈ ਐਂਗਲ ਨੇ। ਮੈਨੂੰ ਗੱਲ ਇੱਕ ਚੇਤਾ ਆਈ, ਤੁਹਾਡੇ ਤੋਂ ਆਗਿਆ ਲੈ ਕੇ ਮੈਂ ਥੋੜੀ ਜਿਹੀ ਕਰ ਲਾਂ। ਇੱਕ ਬਾਦਸ਼ਾਹ ਨੌਸ਼ਹਿਰਵਾਂ ਨਾਂ ਉਹਦਾ ਤੁਸੀਂ ਸੁਣਿਆ ਹੋਵੇਗਾ, ਐਨਸਾਈਕਲੋਪੀਡੀਆ ਚੋਂ ਵੀ ਨਿਕਲ ਆਵੇਗਾ। ਉਹ ਆਪਣੇ ਫੌਜ ਦੇ ਨਾਲ ਜਾ ਰਿਹਾ ਸੀ ਤੇ ਰਸਤੇ ਵਿੱਚ ਕੋਈ ਸੰਗਤਰਿਆਂ ਦਾ ਬਾਗ ਆ ਗਿਆ, ਬੜੇ ਪੱਕੇ ਹੋਏ ਸੰਗਤਰੇ ਲੱਦੇ ਹੋਏ। ਤੇ ਨੌਸ਼ਹਿਰਵਾਂ ਦਾ ਵਜ਼ੀਰ ਕਹਿਣ ਲੱਗਾ ਵੀ ਮਹਾਰਾਜ ਸੰਗਤਰੇ ਵੇਖੋ ਕਿੱਡੇ ਸੋਹਣੇ ਲੱਗੇ ਹੋਏ ਨੇ, ਤੇ ਜੇ ਤੁਸੀਂ ਕਹੋ ਤੇ ਮੈਂ ਇੱਕ ਸੰਗਤਰਾ ਤੋੜ ਕੇ ਤੁਹਾਡੇ ਵਾਸਤੇ ਲਿਆਵਾਂ। ਨੌਸ਼ਹਿਰਵਾਂ ਕਹਿਣ ਲੱਗਾ ਵੀ ਨਹੀਂ। ਕੀ ਗੱਲ ਤੁਹਾਡਾ ਮਨ ਨਹੀਂ ਖਾਣ ਦਾ? ਮੇਰਾ ਤਾਂ ਬੜਾ ਦਿਲ ਕਰਦਾ। ਉਹ ਕਹਿਣ ਲੱਗੇ ਨਹੀਂ, ਨਾ ਮੇਰੇ ਵਾਸਤੇ ਲਿਆਉਣਾ ਹੈ, ਨਾ ਹੀ ਤੁਸੀਂ ਖਾਣਾ ਹੈ। ਤੋ ਵਜ਼ੀਰ ਕਹਿਣ ਲੱਗਾ ਵੀ ਮਹਾਰਾਜ ਜੋ ਤੁਹਾਡਾ ਹੁਕਮ ਹੈ ਮੁਬਾਰਕ ਹੈ, ਪਰ ਕਿਉਂ? ਪਤਾ ਕੀ ਕਿਹਾ ਨੌਸ਼ਹਿਰਵਾਂ ਨੇ?
ਉਹ ਕਹਿਣ ਲੱਗਾ ਵਜ਼ੀਰ ਸਾਹਿਬ ਜੇ ਸਮਰਾਟ ਕਿਸੇ ਕਿਸਾਨ ਦੇ ਬਾਗ ਚੋਂ ਇੱਕ ਸੰਤਰਾ ਤੋੜ ਲੈਣਾ ਤੇ ਸਿਪਾਹੀ ਤੇ ਆਪਣਾ ਇਹ ਹੱਕ ਸਮਝਦੇ ਨੇ ਵੀ ਅਸੀਂ ਇਹਦੇ ਬੂਟੇ ਪੁੱਟ ਕੇ ਇਹਦੀਆਂ ਜੜ੍ਹਾਂ ਵੀ ਖਾ ਸਕਨੇ ਆ, ਉਹਨਾਂ ਨੂੰ ਖੁੱਲ੍ਹ ਮਿਲ ਜਾਂਦੀ ਹੈ। ਔਰ ਇਨਸਾਫ ਪਸੰਦ ਇੰਨਾ ਸੀ, ਸ਼ਹਿਰ ਵਿੱਚ ਚੋਰੀ ਹੋ ਗਈ ਔਰ ਕਾਨੂੰਨ ਇਹਦਾ ਇਹ ਸੀ ਵੀ ਕੋਈ ਚੋਰੀ ਕਰਦਾ ਪਕੜਿਆ ਜਾਏ, ਸਾਬਤ ਹੋ ਜਾਏ ਵੀ ਇਹਨੇ ਚੋਰੀ ਕੀਤੀ ਹੈ, ਉਹਦੇ ਹੱਥ ਵੱਢ ਦਿਓ। ਕੋਈ ਵਿਚਾਰ ਨਹੀਂ ਸੀ ਕਰਦਾ, ਇਹਦੇ ਹੱਥ ਵੱਢ ਦਿਓ ਤਾਂ ਕਿ ਦੁਬਾਰਾ ਚੋਰੀ ਨਾ ਕਰ ਸਕੇ। ਫਰਿਆਦੀ ਪੇਸ਼ ਹੋਇਆ, ਮਹਾਰਾਜ ਮੇਰੀ ਬੱਚੀ ਦਾ ਵਿਆਹ ਸੀ ਤੇ ਘਰ ਵਿੱਚ ਜਿਊਲਰੀ ਦਾਜ ਦੌਣ। ਹੁਣ ਸਮੱਸਿਆ ਇਹ ਆ ਗਈ ਵੀ ਇੱਕ ਤੇ ਉਹ ਸਾਰਾ ਵਲੇਵਾ ਗਿਆ, ਹੁਣ ਨਵੇਂ ਸਿਰਿਓਂ ਇੰਨੇ ਦਿਨਾਂ 'ਚ ਮੈਂ ਬੱਚੀ ਦੇ ਵਿਆਹ ਦਾ ਪ੍ਰਬੰਧ ਕਿਵੇਂ ਕਰਾਂਗਾ? ਤਾਂ ਮੈਂ ਤੇ ਬੜੀ ਟੈਨਸ਼ਨ ਵਿੱਚ ਆ, ਇਸ ਲਈ ਮੇਰਾ ਇਨਸਾਫ ਕਰੋ। ਰਾਜੇ ਦੇ ਖੁਫੀਆ ਤੰਤਰ ਨੇ ਦੱਸ ਦਿੱਤਾ ਸੀ ਵੀ ਰਾਜਨ ਜਿਹੜੇ ਮਨ ਚਲੇ 5-7 ਮੁੰਡਿਆਂ ਨੇ ਇਹਦੇ ਘਰ ਚੋਰੀ ਕੀਤੀ ਏ, ਉਹਨਾਂ ਚੋਰ ਮੁੰਡਿਆਂ ਵਿੱਚ ਤੇਰਾ ਮੁੰਡਾ ਵੀ ਹੈ, ਤੇਰਾ ਮੁੰਡਾ ਵੀ ਵਿੱਚ ਹੈ। ਫਰਿਆਦੀ ਅਗਲੇ ਦਿਨ ਆਇਆ ਨੌਸ਼ਹਿਰਵਾ, ਕਹਿਣ ਲੱਗਾ ਵੀ ਦੱਸ ਕੀ ਚਾਹੁੰਦਾ ਹੈ, ਜਿੰਨਾ ਤੇਰਾ ਨੁਕਸਾਨ ਹੋਇਆ ਉਦੋਂ 10 ਗੁਣਾ ਜ਼ਿਆਦਾ ਤੈਨੂੰ ਧਨ ਦਵਾ ਦਈਏ ਜੇ ਮਾਮਲਾ ਰਫਾ ਦਫਾ ਕਰਦੇ ਤੇ। ਉਹ ਕਹਿਣ ਲੱਗਾ ਜੀ ਨਹੀਂ, ਤੁਸੀਂ ਮੈਨੂੰ ਵਾਪਸ ਤੇ ਜਿਹੜੀ ਚੋਰੀ ਹੋਈ ਹੈ ਉਹ ਹੀ ਦਵਾ ਦਿਓ, ਜਿਹੜਾ ਕਾਨੂੰਨ ਹੈ ਨਾ ਤੁਹਾਡਾ ਹੱਥ ਵੱਢਣ ਵਾਲਾ ਉਹ ਲਾਗੂ ਕਰੋ। ਕਈ ਦਿਨ ਰਾਜਾ ਅਸ਼ੋਪਲੇ ਢੰਗ ਨਾਲ ਪ੍ਰੇਰਦਾ ਰਿਹਾ, ਉਹ ਨਹੀਂ ਮੰਨਿਆ। ਓੜਕ ਉਹਨੇ ਸ਼ਰੇ ਬਾਜ਼ਾਰ ਆਪਣੇ ਪੁੱਤਰ ਸਮੇਤ ਉਹਨਾਂ ਤਮਾਮ ਚੋਰਾਂ ਦੇ ਹੱਥ ਵਡਵਾ ਦਿੱਤੇ। ਇਹ ਸੀ ਨੌਸ਼ਹਿਰਵਾਂ। ਇਹ ਨੇ ਲੋਕ ਜਿਹੜੇ ਤਖਤ ਦੇ ਉੱਤੇ ਬਹਿਣ ਦੇ ਕਾਬਿਲ ਨੇ। ਤੇ ਅਸੀਂ ਤੇ ਰਾਜੇ ਬਣਨੇ ਤਾਂ ਵਾਂ ਵੀ ਆਪਣੇ ਪੁੱਤਰਾਂ ਨੂੰ ਅਸੀਂ ਚੋਰ ਮੋਰੀਆਂ ਰਾਹੀਂ ਪ੍ਰੋਪਰਟੀਆਂ ਬਣਾਉਣ ਦਾ ਵੱਲ ਦੱਸ ਸਕੀਏ। ਸਾਡਾ ਤੇ ਪ੍ਰਯੋਜਨ ਹੀ ਹੋ ਰਿਹਾ। ਤਖਤ ਰਾਜਾ ਸੋ ਬਹਿ ਜੋ ਤਖਤੈ ਲਾਇਕ ਹੋਏ। ਮੈਂ ਕਈ ਵਾਰ ਬੇਨਤੀ ਕਰਨਾ ਹੁੰਦਾ ਵੀ ਤੁਸੀਂ ਗੂਗਲ ਤੇ ਜਾਓ, ਤੁਸੀਂ ਦੇਖੋ 47 ਵਿੱਚ ਅਮਰੀਕਨ ਕਰੰਸੀ ਵੈਟਸ ਇੰਡੀਅਨ ਕਰੰਸੀ ਲਗਭਗ ਬਰਾਬਰ। ਹੁਣ ਅਮਰੀਕਨ ਡਾਲਰ 1 ਤੇ ਤੁਹਾਡੇ 80 ਜਾਂ 79 ਪਲੱਸ। ਵਜ੍ਹਾ ਨਾਲਾਇਕ ਲੀਡਰਸ਼ਿਪ, ਨਾਲਾਇਕ ਲੀਡਰਸ਼ਿਪ। ਹੋਰ ਕੀ ਕਾਰਨ ਹੋ ਸਕਦਾ ਹੈ? ਕੋਈ ਲਾ ਨਹੀਂ, ਕੋਈ ਆਰਡਰ ਨਹੀਂ, ਕੋਈ ਕਿਸੇ ਕਿਸਮ ਦਾ ਕਾਨੂੰਨ ਦਾ ਡਰ ਨਹੀਂ। ਔਰ ਕੀ ਐਕਸਪਲੇਨ ਕਰਨਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਹਜ਼ੂਰ ਕਹਿ ਰਹੇ ਨੇ ਤਖਤ ਤੇ ਉਸ ਨੂੰ ਬਿਠਾਓ ਜਿਹੜਾ ਤਖਤ ਤੇ ਬੈਠਣ ਦੇ ਕਾਬਿਲ ਹੈ, ਭਾਵੇਂ ਉਹ ਤਖਤ ਰਾਜਨੀਤਿਕ ਹੈ, ਭਾਵੇਂ ਉਹ ਤਖਤ ਸਮਾਜਿਕ ਹੈ, ਔਰ ਮੈਨੂੰ ਖਿਮਾ ਕਰ ਦੇਣਾ, ਭਾਵੇਂ ਉਹ ਤਖਤ ਧਾਰਮਿਕ ਹੈ। ਇਹਦੇ ਤੇ ਕਾਬਿਲ ਬੰਦਾ ਬੈਠਣਾ ਚਾਹੀਦਾ। ਨਾ ਕਾਬਿਲ ਜਿਹੜਾ ਹੈ ਉਹ ਗੜਬੜ ਕਰ ਦੇਗਾ ਸਾਰੀ। ਨੀਮ ਹਕੀਮ ਖਤਰਾ ਹੈ ਜਾਨ। ਫੀਲਡ ਰਾਜਨੀਤਿਕ ਹੋਵੇ, ਸਮਾਜਿਕ ਹੋਵੇ, ਆਰਥਿਕ ਹੋਵੇ, ਧਾਰਮਿਕ ਹੋਵੇ, ਕੋਈ ਡਿਫਰੈਂਟ ਹੋਵੇ, ਬਹੁਤ ਲਾਜ਼ਮੀ ਹੈ। ਸੋ ਇਸ ਸਰੀਰ ਨੂੰ ਇੱਥੇ ਮਹਾਰਾਜ ਨੇ ਤਖਤ ਕਿਹਾ ਹੈ। ਇਹਦੇ ਵਿੱਚ ਵੀ ਉਹ ਹੀ ਟਿਕਦਾ ਜਿਹਦੇ ਤੇ ਬਖਸ਼ਿਸ਼ ਨਹੀਂ, ਤੇ ਤਖਤ ਮਿਲਿਆ ਹੈ ਵਿੱਚੋਂ ਆਤਮਾ ਮਨ ਬਾਹਰ ਭਟਕਦਾ ਰਹਿੰਦਾ, ਟਿਕਦਾ ਨਹੀਂਗਾ। ਪੰਚ ਸਮਾਏ ਗੁਰਮਤਿ ਪਾਇਕ। ਔਰ ਫਿਰ ਜਦੋਂ ਗੁਰੂ ਦੀ ਮੱਤ ਦਾ ਧਾਰਨੀ ਬਣਦਾ ਹੈ, ਆਪਣੇ 5 ਇੰਦਰੀਆਂ ਨੂੰ ਇਹ ਕਾਬੂ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। 5 ਗਿਆਨ ਇੰਦਰੇ, 5 ਕਰਮ ਇੰਦਰੇ। ਸਾਧ ਸੰਗਤ ਜੀ, ਕਰਮ ਇੰਦਰੇ ਜੁਦਾ ਨੇ, ਗਿਆਨ ਇੰਦਰੇ ਜੁਦਾ ਨੇ। ਕਰਮ ਇੰਦਰੇ ਉਹਨਾਂ ਨੂੰ ਕਹਿੰਦੇ ਜਿਹੜੇ ਕਰਮ ਕਰਦੇ ਨੇ, ਐਕਟੀਵਿਟੀਜ਼। ਜਿਸ ਤਰ੍ਹਾਂ ਪੈਰ ਚੱਲ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ, ਇਹ ਕਰਮ ਇੰਦਰਾ ਹੈ। ਹੱਥਾਂ ਨਾਲ ਅਸੀਂ ਕੰਮ ਕਰਨੇ ਆ, ਇਹ ਵੀ ਕਰਮ ਇੰਦਰਾ ਹੈ। ਰਸਨਾ ਨਾਲ ਬੋਲਨੇ ਆ, ਇਹ ਵੀ ਕਰਮ ਇੰਦਰਾ ਹੈ। ਇਸੇ ਪ੍ਰਕਾਰ 2 ਹੋਰ ਵੀ ਕਰਮ ਇੰਦਰੇ ਨੇ, ਕਿਉਂਕਿ ਸਾਡੇ ਇੱਥੇ ਬਹੁਤ ਜ਼ਿਆਦਾ ਸਮਾਜ ਵਿੱਚ ਖੁੱਲ੍ਹ ਕੇ ਬਚਨ ਨਹੀਂ ਹੁੰਦੇ। ਔਰ ਗਿਆਨ ਇੰਦਰੇ ਕਿਹੜੇ ਨੇ? ਜਿਹੜੇ ਗਿਆਨ ਦਿੰਦੇ ਨੇ,
ਜਦੋਂ ਅਸੀਂ ਕਿਸੇ ਨੂੰ ਦੇਖਦੇ ਹਾਂ ਨਾ, ਤੇ ਮੈਡੀਕਲ ਸਾਇੰਸ ਕਹਿੰਦੀ ਵੀ ਦੋ ਪਿਕਚਰ, ਦੋ ਤਸਵੀਰਾਂ ਅੱਖਾਂ ਜਿਹੜੀਆਂ ਨੇ ਦਿਮਾਗ ਨੂੰ ਸੈਂਡ ਕਰਦੀਆਂ ਨੇ। ਇਹ ਬੜਾ ਜ਼ਬਰਦਸਤ ਕੰਪਿਊਟਰ ਹੈ। ਇਹ ਫਿਰ ਉਹਨੂੰ ਕਹਿੰਦਾ ਵੀ ਤੂੰ ਗਲਤ ਕਰ ਰਿਹਾ, ਐਕਚੁਅਲ ਤਸਵੀਰ ਆ ਹੈ, ਤੂੰ ਦੋ ਤਸਵੀਰਾਂ ਸੈਂਡ ਕਰ ਦਿੱਤੀਆਂ ਨੇ। ਆਹ ਪੋਜ਼ ਠੀਕ ਹੈ, ਆਹ ਪੋਜ਼ ਜਿਹੜਾ ਤੂੰ ਗਲਤ ਸੈਂਡ ਕੀਤਾ, ਉਹ ਫਿਰ ਉਹਨੂੰ ਆਪਣੇ ਵਿੱਚ ਰੱਖ ਲੈਂਦਾ। ਫਿਰ ਉਹ ਬਲੱਡ ਨੂੰ ਉਸ ਤਰ੍ਹਾਂ ਦਾ ਆਰਡਰ ਕਰਦਾ ਹੈ ਵੀ ਤੂੰ ਕੀ ਕਰਨਾ ਔਰ ਕੀ ਨਹੀਂ ਕਰਨਾ। ਤੋ ਅੱਖਾਂ ਦੇਖ ਕੇ ਗਿਆਨ ਭੇਜਦੀਆਂ ਨੇ, ਇਨਫੋਰਮੇਸ਼ਨ ਭੇਜਦੀਆਂ ਨੇ ਦਿਮਾਗ ਨੂੰ, ਇਸ ਲਈ ਇਹ ਕਰਮ ਇੰਦਰਾ ਹੈ। ਕੰਨ ਸੁਣ ਕੇ ਕਹਿੰਦੇ ਆਵਾਜ਼ ਜਾਣੀ ਪਛਾਣੀ ਲੱਗਦੀ ਹੈ, ਇਹ ਫਲਾਣਾ ਸਿਉਂ ਤੇ ਨਹੀਂ, ਕੰਨ ਵੀ ਗਿਆਨ ਇੰਦਰਾ ਨੇ। ਨੱਕ ਸੁੰਘ ਕੇ ਕਹਿੰਦਾ ਵੀ ਖੁਸ਼ਬੂ ਆ ਰਹੀ ਹੈ ਜਾਂ ਬਦਬੂ ਆ ਰਹੀ ਹੈ। ਸਕਿਨ ਗਰਮੀ ਸਰਦੀ ਨੂੰ ਮਹਿਸੂਸ ਕਰਦੀ ਹੈ, ਮੇਰਾ ਹੱਥ ਗਿੱਲਾ ਹੋ ਗਿਆ ਹੈ, ਇਹ ਗਿਆਨ ਇੰਦਰਾ ਹੈ। ਸਕਿਨ ਵੀ ਗਿਆਨ ਇੰਦਰਾ। ਤੋ 5 ਗਿਆਨ ਇੰਦਰੇ, 5 ਕਰਮ ਇੰਦਰੇ। ਕਦੀ ਕਦੀ ਇਹਨਾਂ ਨੂੰ ਮਿਲਾ ਕੇ ਵੀ ਸਿੱਖੀਜ਼ਮ ਬਾਣੀਕਾਰ ਇਹਦੀ ਗੱਲ ਕਰਦੇ ਨੇ। ਉਹਦੇ ਫਿਰ ਇਹ ਇੰਦਰੇ ਕਾਬੂ 'ਚ ਆ ਜਾਂਦੇ ਨੇ। ਗੁਰਮਤਿ ਪਾਇਕ ਉਹਨੂੰ ਗੁਰੂ ਦੀ ਮੱਤ ਦਾ ਉਤਾਰਨੀ ਬਣ ਜਾਂਦਾ, ਗੁਰੂ ਦੀ ਮੱਤ ਪ੍ਰਾਪਤ ਹੋ ਜਾਂਦੀ ਹੈ। ਆਦ ਜੁਗਾਦੀ ਹੈ ਭੀ ਹੋਸੀ ਸਹਿਸਾ ਭਰਮ ਚੁਕਾਇਆ। ਉਹਨੂੰ ਫਿਰ ਇਸ ਗੱਲ ਦੀ ਸਮਝ ਆ ਜਾਂਦੀ ਹੈ ਵੀ ਉਹ ਪ੍ਰਮਾਤਮਾ ਆਦ ਤੋਂ ਹੈ। ਆਦ ਮੈਨੇ ਮੁੱਢ, ਜੁਗਾਦ ਮੈਨੇ ਜੁਗਾਂ ਦਾ ਮੁੱਢ, ਔਰ ਹੁਣ ਵੀ ਹੈ ਤੇ ਅੱਗੇ ਵੀ ਹੋਵੇਗਾ। ਔਰ ਇਹ ਵੀ ਨਾਲ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਵੀ ਉਸ ਦੇ ਅੰਦਰੋਂ ਫਿਰ ਜਿਹੜਾ ਤੌਖਲੇ ਨੇ ਸੰਸਾ। ਸਾਧ ਸੰਗਤ ਜੀ, ਇਹ ਸੰਸਾ ਸ਼ਬਦ, ਤੌਖਲਾ ਸ਼ਬਦ ਤੁਸੀਂ ਬੜੀ ਵਾਰ ਸੁਣਿਆ ਹੋਵੇਗਾ। ਇਹਨੂੰ ਥੋੜਾ ਜਿਹਾ ਮੈਂ ਇਹਦੇ ਨੇੜੇ ਜਾ ਕੇ ਇਹਦੇ ਅਰਥ ਕਰਾਂ। ਅਗਿਆਤ ਡਰ, ਡਰ ਦਾ ਕੋਈ ਕਾਰਨ ਨਹੀਂ। ਅਸੀਂ ਕੋਈ ਮਿਸਟੇਕ ਨਹੀਂ ਕੀਤੀ, ਕੋਈ ਅਪਰਾਧ ਨਹੀਂ ਕੀਤਾ, ਕੋਈ ਪਾਪ ਨਹੀਂ ਕੀਤਾ, ਫਿਰ ਵੀ ਇੱਕ ਅਗਿਆਤ ਜਿਹਾ ਭੈ ਅੰਦਰ ਬਣਿਆ ਰਹਿਣਾ, ਹਾਏ ਇੱਦਾਂ ਨਾ ਹੋ ਜਾਏ, ਹਾਏ ਉੱਦਾਂ ਨਾ ਹੋ ਜਾਏ, ਇਹਨੂੰ ਕਹਿੰਦੇ ਸੰਸਾ। ਹਜ਼ੂਰ ਕਹਿੰਦੇ ਸੰਸਾ ਅਗਿਆਤ ਭੈ ਖਤਮ ਹੋ ਜਾਂਦਾ ਔਰ ਭਰਮ ਮੈਨੇ ਭਟਕਣਾ ਵੀ ਮੁੱਕ ਜਾਂਦੀ ਹੈ। ਅੰਤਲਾ ਜਿਹੜਾ ਬਚਨ ਹੈ, ਅੰਤਲਾ ਪਦਾ ਹੈ ਇਸ ਮਾਰੂ ਸੋਲਹੇ ਮਹੱਲਾ ਪਹਿਲਾ ਦਾ, ਜਿਹੜੀ ਵਿਚਾਰ ਅਸੀਂ ਪਿਛਲੇ ਕਈ ਦਿਨਾਂ ਤੋਂ ਕਰ ਰਹੇ ਸਾਂ। ਉਹ ਹੈ ਤਖਤ ਸਲਾਮ ਹੋਵੇ ਦਿਨ ਰਾਤੀ, ਇਹ ਸਾਚ ਵਡਾਈ ਗੁਰਮਤ ਲਿਵ ਜਾਤੀ। ਇਹ ਜਿਹੜਾ ਸਰੀਰ ਰੂਪੀ ਤਖਤ ਹੈ ਨਾ, ਇਹਨੂੰ ਦਿਨੇ ਰਾਤ ਸਲਾਮ ਹੁੰਦੀ ਏ। ਕਦੋਂ? ਜੇ ਅੰਦਰੋਂ ਨਾਮ ਨਾਲ ਲਿਵ ਲੱਗ ਜਾਏ। ਸਾਧ ਸੰਗਤ, ਸਰੀਰ ਤੇ ਸਾਰਿਆਂ ਦੇ ਇੱਕੋ ਜਿਹੇ ਨੇ, ਪਰ ਕੁਝ ਸਰੀਰ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਸਰੀਰਾਂ ਦੇ ਸਾਹਮਣੇ ਜਾ ਕੇ ਸਾਡੇ ਹੱਥ ਜੁੜ ਜਾਂਦੇ ਨੇ। ਥੋੜਾ ਜਿਹਾ ਸਿਰ ਵੀ ਝੁਕ ਜਾਂਦਾ ਹੈ। ਤਾਂ ਉਹਦੀ ਵਜ੍ਹਾ ਕੀ ਹੈ? ਅਸੀਂ ਇਹ ਸਮਝਨੇ ਹਾਂ ਵੀ ਇਹ ਆਤਮਿਕ ਪੱਖੋਂ ਮੇਰੇ ਤੋਂ ਅੱਗੇ ਹੈ, ਝੁਕ ਜਾਂਦੇ ਹਾਂ। ਸੌਖੇ ਢੰਗ ਨਾਲ ਗੱਲ ਸਮਝੀਏ। ਗੁਰੂ ਅਮਰਦਾਸ ਨੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਨੇ ਜਿਤਨੀ ਜ਼ਮੀਨ ਹੈ ਉਹਦੇ ਥੱਲੇ ਪਾਣੀ ਹੈ। ਕਿਤੇ ਬਹੁਤ ਡੂੰਘਾ ਹੈ, ਕਿਤੇ ਘੱਟ ਡੂੰਘਾ ਹੈ, ਕਿਤੇ ਦਰਮਿਆਨਾ ਡੂੰਘਾ ਹੈ, ਪਰ ਪਾਣੀ ਸਾਰੀ ਪ੍ਰਿਥਵੀ ਦੇ ਥੱਲੇ ਹੈ। ਪਰ ਅਸੀਂ ਸਾਰੀ ਪ੍ਰਿਥਵੀ ਨੂੰ ਮੱਥਾ ਥੋੜਾ ਟੇਕਦੇ ਫਿਰਨੇ ਆ। ਪਿਆਸ ਲੱਗੀ ਏ, ਸ਼ਿਖਰ ਦੁਪਹਿਰ ਏ, ਲੋ ਚੱਲ ਰਹੀ ਏ, ਹਲਕ ਸੁੱਕ ਰਿਹਾ ਹੈ ਔਰ ਸਾਹਮਣੇ ਨਲਕਾ ਨਜ਼ਰ ਆ ਗਿਆ। ਇੱਕ ਜਣਾ ਭੱਜ ਕੇ ਹੱਥੀ ਵੱਲ ਹੋ ਗਿਆ, ਉਹ ਗੇੜਨ ਲੱਗ ਪਿਆ। ਦੂਜਾ ਟੂਟੀ ਵੱਲ ਹੋ ਗਿਆ, ਹੱਥ ਦੋਵੇਂ ਜੁੜ ਗਏ ਤੇ ਥੱਲੇ ਝੁਕ ਗਿਆ। ਉਹ ਗੇੜਨ ਲਈ ਝੁਕ ਗਿਆ, ਉਹ ਪੀਣ ਲਈ ਝੁਕ ਗਿਆ। ਵੀ ਕਿਉਂ ਝੁਕ ਗਿਆ? ਉਹ ਕਹਿੰਦਾ ਜੀ ਪਾਣੀ ਆ ਰਿਹਾ। ਪਾਣੀ ਤੇ ਸਾਰੀ ਧਰਤੀ ਦੇ ਵਿੱਚ ਹੈ, ਪਰ ਇੱਥੋਂ ਪਾਣੀ ਪ੍ਰਗਟ ਹੋ ਰਿਹਾ ਹੈ। ਹਵਾ ਤੇ ਸਾਰੇ ਸਪੇਸ ਵਿੱਚ ਹੈ, ਪਰ ਜੇ ਕਿਸੇ ਟਾਇਰ ਵਿੱਚੋਂ ਘੱਟ ਹੋ ਗਈ ਹੈ ਤਾਂ ਉਸ ਪੁਆਇੰਟ ਤੇ ਆਉਣਾ ਪੈਂਦਾ ਜਿੱਥੇ ਉਹ ਪ੍ਰੈਸ਼ਰ ਨਾਲ ਹਵਾ ਭਰ ਸਕਦਾ। ਆਪਣੇ ਆਪ ਤੇ ਨਹੀਂ ਨਾ ਟਾਇਰ ਵਿੱਚ ਹਵਾ ਚਲੀ ਜਾਂਦੀ। ਸਾਰੇ ਹੀ ਸਰੀਰ ਨੇ, ਪਰ ਸਰੀਰ ਉਹਨਾਂ ਦਾ ਵਧੇਰੇ ਮਾਨ ਹੋ ਜਾਂਦਾ ਹੈ। ਤਖਤ ਸਲਾਮ ਹੋਵੇ ਦਿਨ ਰਾਤੀ,
ਉਹਨਾਂ ਦਾ ਆਦਰ ਹੁੰਦਾ ਹੈ ਭਾਈ, ਜਿਨ੍ਹਾਂ ਦੀ ਅੰਦਰੋਂ ਸੁਰਤ ਨਾਮ ਵਿੱਚ ਜੁੜ ਜਾਂਦੀ ਹੈ, ਜਿਹੜੇ ਜਪਦੇ ਨੇ। ਮਹਾਰਾਜ ਕਹਿੰਦੇ ਨੇ ਫਿਰ ਉਹਨਾਂ ਦਾ ਵੀ ਉਹ ਮਾਨ ਕਰਾ ਦਿੰਦਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ, ਰਾਮ ਰਾਜੇ ਗੁਰਸਿੱਖੀ, ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ। ਫਿਰ ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਨ ਨਾਨਕ ਜਿਨ ਹਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਉਹਦੀ ਪੂਜਾ ਕੀਤੀ, ਭਾਵ ਨਿਰੰਕਾਰ ਦੀ, ਗੁਰੂ ਦੀ, ਗੁਰਮੁਖੋਂ ਫਿਰ ਕਦੀ ਕਦੀ ਗੁਰੂ ਉਹਨਾਂ ਦੀ ਵੀ ਪੂਜਾ ਕਰਾ ਦਿੰਦਾ, ਉਹਨਾਂ ਦਾ ਵੀ ਮਾਨ ਤਾਨ ਕਰਾ ਦਿੰਦਾ। ਰੋਜ਼ ਅਸੀਂ ਮਹਾਰਾਜ ਨੂੰ ਨਿਜ ਸਥਾਨ ਤੇ ਛੱਡਣ ਲੱਗੇ ਇਹ ਬਚਨ ਗਾਇਨ ਕਰਨੇ ਆ, ਵਜਦ ਵਿੱਚ ਪਿਆਰ ਨਾਲ, ਢੋਲਕੀਆਂ ਛੈਣਿਆਂ ਨਾਲ। ਇਸ ਵਾਸਤੇ ਮੇਰੇ ਪਿਤਾ ਗੁਰਦੇਵ ਬਖਸ਼ਿਸ਼ ਕਰ ਰਹੇ ਹਨ, ਤਖਤ ਸਲਾਮ ਹੋਵੇ ਦਿਨ ਰਾਤੀ। ਦਿਨ ਰਾਤੀ ਮੀਨ ਮੈਨੇ ਹਰ ਵਕਤ ਉਹਨਾਂ ਦਾ ਆਦਰ ਹੁੰਦਾ ਪਿਆਰਿਓ। ਇਹ ਸਾਚ ਵਡਾਈ ਗੁਰਮਤ ਲਿਵ ਜਾਤੀ। ਪਰ ਇਹ ਜਿਹੜੀ ਵਡਿਆਈ ਰਾਹੀਂ ਮਾਨ ਹੁੰਦਾ ਹੈ, ਵਾਹਿਗੁਰੂ ਦੇ ਸਿਮਰਨ ਰੂਪੀ ਵਡਿਆਈ ਹੈ, ਇਹ ਗੁਰੂ ਦੀ ਮੱਤ ਦੇ ਧਾਰਨੀ ਬਣ ਕੇ ਲਿਵ ਲਾਣ ਨਾਲ ਪ੍ਰਾਪਤ ਹੁੰਦੀ ਹੈ, ਗੁਰੂ ਦੀ ਮੱਤ। ਤੇ ਸਾਧ ਸੰਗਤ ਜੀ, ਜਿਹੜੀ ਗੁਰੂ ਦੀ ਮੱਤ ਦੀ ਰੋਜ਼ ਆਪਾਂ ਗੱਲ ਕਰਨੇ ਆ, ਵਿਚਾਰ ਕਰਨੇ ਆ ਜੀ, ਜੇ ਕਿਤੇ ਆਤਮ ਮੰਥਨ ਕਰਨਾ ਹੋਵੇ ਵੀ ਮੇਰੇ ਵਿੱਚ ਗੁਰੂ ਦੀ ਮੱਤ ਆ ਗਈ ਹੈ ਕਿ ਅਜੇ ਨਹੀਂ ਆਈ। ਵੇਖੋ ਵੈਸੇ ਤੇ ਅਸੀਂ ਸਾਰੇ ਜੀਵ ਹਾਂ, ਤੇ ਸਾਡੇ ਬਾਰੇ ਮਹਾਰਾਜ ਕਹਿੰਦੇ ਨੇ ਵੀ ਮਾਟੀ ਕਾ ਕਿਆ ਧੋਪੈ ਸੁਆਮੀ। ਕਹਿੰਦੇ ਨੇ ਜਿਹੜਾ ਗਲਤੀ ਕਰੇ ਇਨਸਾਨ ਹੈ, ਜਿਹੜਾ ਗਲਤੀ ਕਰਕੇ ਮਹਿਸੂਸ ਵੀ ਨਾ ਕਰੇ ਹੈਵਾਨ ਹੈ, ਔਰ ਜਿਹੜਾ ਗਲਤੀਆਂ ਨਾ ਕਰੇ ਖਿਮਾ ਕਰਨਾ ਉਹ ਤੇ ਫਿਰ ਭਗਵਾਨ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਹੋਰ ਤੇ ਸਾਰੇ ਭੁੱਲਣ ਆ ਰਹਾ। ਪਰ ਮੋਟੇ ਤੌਰ ਤੇ ਜੇ ਗੁਰਮਤ ਆ ਜਾਏ ਤੇ ਫਿਰ ਕੀ ਹੁੰਦਾ ਹੈ? ਸਾਧ ਸੰਗਤ ਉਹਦੇ ਵਿੱਚ ਫਿਰ ਭਟਕਣਾ ਖਤਮ ਹੋ ਜਾਂਦੀ ਹੈ। ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਗੱਲ ਕਹਿੰਦੇ ਆ, ਇੱਧਰ ਉੱਧਰ ਨਾ ਜਾਣ ਦੀ ਗੱਲ ਕਹਿੰਦੇ ਆ, ਤੇ ਇਹਦਾ ਮਤਲਬ ਕੀ ਹੈ? ਵੀ ਜਿਹੜੇ ਇੱਧਰ ਉੱਧਰ ਵਾਲੇ ਨੇ ਉਹਨਾਂ ਨਾਲ ਪ੍ਰਚਾਰਕਾਂ ਦਾ ਕੋਈ ਨਿੱਜੀ ਵੈਰ ਹੁੰਦਾ ਹੈ ਵੀ ਅਸੀਂ ਉਹ ਵੈਰ ਕੁੱਟਣਾ ਵੀ ਉਹਨਾਂ ਕੋਲ ਨਾ ਜਾਇਆ ਕਰੋ। ਨਹੀਂ, ਇਹ ਚੌਂਕੀਦਾਰ ਆਪਣਾ ਚੌਂਕੀਦਾਰਾ ਕਰਦਾ ਹੈ। ਭਾਈ ਗੁਰਦਾਸ ਕਹਿੰਦੇ ਨੇ, ਪਵਨ ਗਵਨ ਜੈਸੇ ਗੁੱਡੀਆ ਉਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਜਿਤਨਾ ਮਰਜੀ ਪਤੰਗ ਉਡਾਣ ਵਿੱਚ ਕੋਈ ਮਾਹਰ ਹੋਵੇ ਜਾਂ ਐਕਸਪਰਟ ਹੋਵੇ, ਜਦੋਂ ਤੱਕ ਹਵਾ ਵਿੱਚ ਹਰਕਤ ਹੈ, ਹਵਾ ਵਿੱਚ ਸਰਸਰਾਹਟ ਹੈ, ਪਤੰਗ ਉੱਡੇਗੀ। ਹਵਾ ਰੁਕ ਗਈ ਹੈ, ਭਾਵੇਂ ਕਿੰਨਾ ਹੀ ਪ੍ਰਵੀਨ ਹੈ ਪਤੰਗ ਉਡਾਣ 'ਚ, ਪਤੰਗ ਨਹੀਂ ਉਡਾ ਸਕਦਾ। ਹਵਾ ਹੀ ਕੋਈ ਨਹੀਂ, ਪਤੰਗ ਕਿਵੇਂ ਉੱਡੇਗੀ? ਹਵਾ ਹੀ ਪਤੰਗ ਨੂੰ ਇੱਧਰ ਉੱਧਰ ਲਈ ਫਿਰਦੀ ਹੈ। ਸਾਡੇ ਮਨ ਨੂੰ ਵੀ ਮਨਮਤ ਰੂਪੀ ਹਵਾ ਹੀ ਭਜਾਈ ਫਿਰਦੀ ਹੈ, ਕਦੀ ਮਜ਼ਾਰਾਂ ਤੇ, ਕਦੀ ਕਬਰਾਂ ਤੇ, ਕਦੀ ਦੇਹ ਧਾਰੀਆਂ ਕੋਲ, ਕਦੀ ਕਿਤੇ ਕਦੀ ਕਿਤੇ। ਮਨਮਤ ਦੀਆਂ ਹਨੇਰੀਆਂ ਨੇ। ਪਵਨ ਗਵਨ ਜੈਸੇ ਗੁੱਡੀਆ ਉਡਤ ਰਹੇ, ਪਵਨ रहत गुड्डी उड़ ना सकत है। डोरी की मरोर जैसे लटुआ फिरत रहे, ताओ हाओ मिटे गिर परे हवै थकत है। ਹੁਣ ਵਾਂਗੂ ਖਿਡੌਣਿਆਂ ਦਾ ਬੋਲਬਾਲਾ ਨਹੀਂ ਸੀ। ਹੁਣ ਤੇ ਸਾਧ ਸੰਗਤ ਬੜਾ ਧਿਆਨ ਦਿੱਤਾ ਗਿਆ ਵੀ ਮਨੁੱਖ ਦਾ ਇੱਕ ਪੀਰੀਅਡ ਹੁੰਦਾ ਬਚਪਨ, ਬਾਲ ਜਵਾਨੀ ਔਰ ਬਿਰਧ ਫੁਨ। ਤੇ ਬੱਚੇ ਨੂੰ ਸਭ ਤੋਂ ਪਿਆਰੀ ਚੀਜ਼ ਕਿਹੜੀ ਹੈ? ਖਿਡੌਣਾ। ਚੌਥਾ ਪਿਆਰ ਉਪੰਨੀ ਖੇਡ। ਉਚੇਚੇ ਤੌਰ ਤੇ ਸਰਕਾਰਾਂ ਨੇ ਆਪਣੇ ਦੇਸ਼ ਦੇ ਬਿਜ਼ਨਸਮੈਨਾਂ ਨੂੰ ਕਿਹਾ, ਭਾਈ ਖਿਡੌਣਿਆਂ ਦੇ ਵੱਡੇ ਵੱਡੇ ਕਾਰਖਾਨੇ ਲਾਓ, ਬਚਪਨ ਜਿਹੜਾ ਖੁਸ਼ਹਾਲੀ 'ਚ ਬੀਤੇ, ਚੰਗੇ ਚੰਗੇ ਖਿਡੌਣੇ ਬਣਾਓ। ਮੈਂ ਇੱਕ ਵਾਰ ਇੰਡੀਆ 'ਚ ਇਹ ਦੇਖਿਆ ਵੀ ਦੇਸ਼ ਦਾ ਪ੍ਰਾਈਮ ਮਿਨਿਸਟਰ ਪ੍ਰੇਰਿਆ ਸੀ ਇੰਡਸਟਰੀਲਿਸਟ ਵਾਲਿਆਂ ਨੂੰ ਵੀ ਭਾਈ ਖਿਡੌਣੇ ਅੱਛੇ ਅੱਛੇ ਬਣਾਓ ਤਾਂ ਕਿ ਬੱਚੇ ਵੀ ਇੰਜੋਏ ਕਰ ਸਕਣ। ਤੇ ਉਦੋਂ ਜ਼ਮਾਨਾ ਇਸ ਤਰ੍ਹਾਂ ਦਾ ਨਹੀਂ ਸੀ ਹੁੰਦਾ। ਉਦੋਂ ਲੱਕੜ ਦਾ ਇੱਕ ਲਾਟੂ ਜਿਹਾ ਉੱਪਰੋਂ ਉਹਨੂੰ ਰੇਤੀ ਨਾਲ ਤਰਾਸ਼ ਕੇ ਤੇ ਥੱਲੇ ਲੱਕੜ ਹੀ ਉਹਦੇ ਨਾਲ ਬੇਜੋੜ ਲੱਕੜ ਹੁੰਦੀ ਸੀ,
ਉਹ ਕਿੱਲ ਨੂੰਮਾ ਹੁੰਦੀ ਸੀ ਥੱਲੇ, ਉਹਦੇ ਨਾਲ ਰੱਸੀ ਲਪੇਟ ਕੇ ਨਾ ਉਹਨੂੰ ਬੱਚਿਆਂ ਨੇ ਜ਼ੋਰ ਦੀ ਜ਼ਮੀਨ ਤੇ ਸੁੱਟਣਾ ਤੇ ਉਹਨੇ ਘੁੰਮਣਾ ਤੇ ਬੱਚਿਆਂ ਨੇ ਖੇਡ ਖੜਾ ਕੇ ਹੱਸਣਾ, ਫਿਰ ਦੁਬਾਰਾ ਸੁੱਟਣਾ। ਭਾਈ ਸਾਹਿਬ ਕਹਿੰਦੇ ਉਨੀ ਦੇਰ ਘੁੰਮਦਾ ਜਿੰਨੀ ਦੇਰ ਬਲ ਹੈ ਰੱਸੀ ਦਾ, ਜਦੋਂ ਬਲ ਮੁੱਕ ਜਾਏ ਉਹ ਰੁਕ ਜਾਂਦਾ। ਤੀਜੀ ਐਗਜ਼ਾਮਪਲ, ਕੰਚਨ ਅਸ਼ੁੱਧ ਜਿਉ ਕੁਠਾਰੀ ਠਹਿਰਾਤ ਨਾਹੀ, ਸ਼ੁੱਧ ਪੈ ਨੇਚਲ ਸ਼ਬ ਕਹਿ ਸਕਤਾ। ਕਿੰਨਾ ਹੀ ਨਿਕਟਵਰਤੀ ਕੋਈ ਬੰਦਾ ਹੋਵੇ, ਸੋਨਾ ਵੇਚਣ ਵਾਸਤੇ, ਕੋਈ ਗਹਿਣਾ ਵੇਚਣ ਵਾਸਤੇ ਸੁਨਿਆਰੇ ਕੋਲ ਲੈ ਜਾਓ, ਪਾਣੀ ਵੀ ਮੰਗਾ ਲੇਗਾ, ਚਾਹ ਵੀ ਮੰਗਾ ਲੈ, ਗੱਲਾਂ ਬਾਤਾਂ ਵੀ ਕਰੇਗਾ, ਨਾਲ ਹੀ ਤੁਹਾਡੇ ਸਾਹਮਣੇ ਉਹ ਕਠਾਲੀ ਦੇ ਵਿੱਚ ਪਾ ਦੇਗਾ। ਜਿੰਨਾ ਚਿਰ ਉਹਦੇ 'ਚ ਮਲੰਮਾ ਹੈ ਉਹਨਾਂ ਚਿਰ ਉਹਨੇ ਭੱਜੀ ਜਾਣਾ ਹੈ, ਭੱਜੀ ਜਾਣਾ ਹੈ। ਔਰ ਜਦੋਂ ਸਾਰਾ ਵਾਸ਼ਪੀਕਰਨ ਹੋ ਗਿਆ, ਸ਼ੁੱਧ ਹੋ ਗਿਆ, ਉਦੋਂ ਫਿਰ ਉਹ ਟਿਕ ਜਾਂਦਾ ਹੈ। ਜਦੋਂ ਟਿਕ ਗਿਆ ਦਾ ਮਤਲਬ ਹੁਣ ਸੋਨਾ ਰਹਿ ਗਿਆ, ਪਾਜ ਉੱਡ ਗਿਆ, ਟਿਕ ਗਿਆ, ਹੁਣ ਇਹ ਸੋਨਾ ਹੈ। ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਟਿਕ ਜਾਏ, ਸੁੱਖ ਮਿਲੇ, ਦੁੱਖ ਮਿਲੇ, ਮਾਨ ਮਿਲੇ, ਅਪਮਾਨ ਮਿਲੇ, ਰਿਜ਼ਕ ਮਿਲੇ, ਭੁੱਖ ਮਿਲੇ, ਜਾਏ ਹੀ ਨਾ ਕਿਤੇ ਛੱਡ ਕੇ, ਫਿਰ ਸਮਝ ਲਓ ਗੁਰਮਤ ਆ ਗਈ ਹੈ। ਔਰ ਬੈਠਣਾ ਇਸ ਤਰ੍ਹਾਂ ਚਾਹੀਦਾ ਹੈ ਬਈ ਕੋਈ ਸਾਨੂੰ ਇੱਥੋਂ ਉਠਾ ਨਾ ਸਕੇ, ਮਾਰ ਭਾਵੇਂ ਦਾ ਜਾਨ ਭਾਵੇਂ ਲੈ ਲਵੇ, ਪਰ ਕਵੇ ਪਕੜ ਕੇ ਉਠਾ ਦੇਣਾ। ਇਸ ਤਰ੍ਹਾਂ ਸਿੱਖ ਬੈਠ ਜਾਏ ਵੀ ਲੈ ਮਿੱਤਰਾ ਹੁਣ ਤੂੰ ਉਠਾ ਨਹੀਂ ਸਕਦਾ ਮੈਨੂੰ। ਕੂਚਾ ਯਾਰ ਮੇ ਬੈਠ ਨਕਸ਼ੇ ਪਾ ਕੀ ਤਰ੍ਹਾਂ, ਕੱਚਾ ਪਿਆ ਉਹਦੇ ਤੇ ਪੈਰ ਦਾ ਨਿਸ਼ਾਨ ਲੱਗ ਗਿਆ, ਹੁਣ ਕੋਈ ਕਵੇ ਇਹਨੂੰ ਖੱਗ ਕੇ ਉੱਥੇ ਛੱਡਿਆ, ਉਹ ਕਹਿੰਦਾ ਵੀ ਮਿਟ ਜਾਏਗਾ, ਖੱਗਿਆ ਨਹੀਂ ਜਾਏਗਾ। कूचा यार में बैठ नक्शे पा की तरह, कोई मिटा तो सके लेकिन उठा ना सके। पर यह उदों होवेगा जदों गुरु की मत साडे अंदर आ जाएगी। असीं निक्कियां निक्कियां गल्लां ते डोल जाने आ, इदां तुसीं फलाणे दिन वर्त रख लो, फलाणे कोलों टूणा करा लो, फलाना सियाणा इदां कर दिंदा है। भाई ये कुछ नहीं करते, ये मन दे वहम ने। मैं एक छोटी जी बेनती करना हुन्ना, समा हो गया है। रामचंद्र वर्गा अवतारी पुरुष, वशिष्ठ वर्गा सियाणा, उन्हें कुंडलियां मलाइयां, कहन लगा बड़ियां 36 गुण मिल रहे हैं। विआह हुंदा है, 14 साल जंगल च भटकते फिरते हैं। इदू वड्डी एग्जाम्पल होर की दित्ती जा सकती। कुंडली मिलाण वाला वशिष्ठ ऋषि ते जिहदी कुंडली मिलाई जा रही है, वो जनक दी धी सीता ते दशरथ दा मुंडा राम। कहन लगा जी 36 गुण मिलते हैं, पौ 12 कर दिओ विआह। विआह कर दिता और कुंडली मिलाई। उदों मगरों जो होया वो तुहाडे सामने है। एग्जाम्पलां मेरे कोल होर भी बड़ियां ने, पर मैनूं लगदा नहीं भी होर वध दी लोड़ है। हाँ, असीं बैठ जाइए और बैठ के बिल्कुल फ्रैंकली एक दूजे नाल गल्लां करिए भी साडी बेटी इस तरह दी है, साडा बेटा इस तरह दा, साडी सिचुएशन आ है, असीं तुहाडे तो आ उम्मीद रख। गुरु वाला बन के जपीए। ते फिर महाराज कहंदे ने ये घर बाहर, देश विदेश, ईवन लोक परलोक, ये लोक परलोक संग सहाई, जत कत मोहे रखवाले, गुर का बचन बसै जी नाले। सो इन्नियां बेनतियां प्रवान करनियां जी होइयां। बेअंत भुल्लां गलतियां वास्ते खिमा दा जा चक्कां। भाई साहब हुणां तो गुरमर्यादा अनुसार दीवान की समाप्ति तो पहला श्री आनंद साहब जी के जाप सरवण करके लाहे प्राप्त करिए जी। वाहिगुरू जी का खालसा, वाहिगुरू जी